ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਹਰ ਰੋਜ਼ ਦੀ ਤਰ੍ਹਾਂ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਟਾਣਾ ਸਾਹਿਬ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਕਿਉਂਕਿ ਮੌਸਮ ਕਾਫੀ ਬਦਲ ਗਿਆ। ਜ਼ਿੰਦਗੀ ਜ਼ਿੰਦਾਬਾਦ ਹੈ ਜੀ, ਬਹੁਤ ਵਧੀਆ ਚੱਲਦੀ ਹੈ। ਆ ਸਵੈਟਰਾਂ ਤੋਂ ਪਤਾ ਲੱਗ ਜਾਂਦਾ ਵੀ ਭਾਈ ਹੁਣ ਧੁੱਪ ਤਿੱਖੀ ਨਿਕਲਣੀ ਸ਼ੁਰੂ ਹੋ ਗਈ ਆ। ਕਰੜੀ ਧੁੱਪ ਆ, ਕਰੜੀ ਜੀ, ਬਿਲਕੁਲ ਇਉਂ ਲੱਗਦਾ ਵੀ ਭਾਈ ਹੁਣ ਗਰਮੀ ਦੇ ਵੱਲ ਅਸੀਂ ਵੱਧਦੇ ਕਰਮ ਚ ਪਹੁੰਚ ਗਏ ਆ। ਤੇ ਰਾਤ ਨੂੰ ਠੰਡ ਹੁੰਦੀ ਆ, ਉਹ ਵੀ ਘਟ ਗਈ ਆ ਜੀ। ਤੇ ਮੈਨੂੰ ਲੱਗਦਾ ਵੀ ਹੁਣ ਠੰਡ ਗਈ ਕਿ ਗਈ। ਪਰ ਮੈਨੂੰ ਇਹ ਚੰਗਾ ਨਹੀਂ ਲੱਗ ਰਿਹਾ। ਕਿਉਂ? ਕਿ ਠੰਡ ਗਈ। ਤੁਹਾਡੇ ਕਹੇ ਮੁਤਾਬਕ, ਤੁਹਾਡੇ ਚੰਗਾ ਲੱਗਣ ਮੁਤਾਬਕ ਕੁਦਰਤ ਕਿਉਂ ਕੁਝ ਕਰੇ? ਨਹੀਂ, ਕਿਸੇ ਦੇ ਕਹੇ ਮੁਤਾਬਕ ਨਹੀਂ ਚੱਲਦੀ ਕੁਦਰਤ। ਕੁਦਰਤ ਦਾ ਵਰਤਾਰਾ, ਠੰਡ ਤੋਂ ਬਾਅਦ ਗਰਮੀ, ਗਰਮੀ ਤੋਂ ਬਾਅਦ ਠੰਡ ਆਉਣਾ ਹੀ ਹੈ। ਇਸ ਗੱਲ ਨਾਲ ਮੈਂ ਸਹਿਮਤ ਹਾਂ ਤੁਹਾਡੀ ਨਾਲ, ਪਰ ਗੱਲ ਇਹ ਹੈ ਨਾ ਕਿ ਠੰਡ ਦੇ ਮਹੀਨੇ ਬਹੁਤ ਥੋੜੇ ਹੁੰਦੇ ਨੇ। ਮੁੜ ਕੇ ਸਾਰਾ ਸਾਲ ਉਹੀ ਚਿਪ-ਚਿਪ, ਉਹੀ ਪਸੀਨਾ, ਉਹੀ ਗਰਮੀ, ਉਹੀ ਸਾਰਾ ਕੁਝ, ਉਹ ਝੇਲਿਆ ਨਹੀਂ ਜਾਂਦਾ। ਉਹ ਝੇਲਿਆ ਨਹੀਂ ਹੁੰਦਾ, ਝੱਲਿਆ ਨਹੀਂ ਜਾਂਦਾ। ਝੱਲਿਆ ਨਹੀਂ ਜਾਂਦਾ। ਉਹ ਔਖਾ ਕਰਦਾ, ਤੰਗ ਕਰਦਾ ਜੀ। ਉਹ ਬਰਦਾਸ਼ਤ ਕਰਨਾ ਔਖਾ ਹੁੰਦਾ। ਇੰਨੇ ਸ਼ਬਦ ਹੈਗੇ, ਝੇਲਿਆ ਵਿੱਚ ਕਿੱਧਰ ਆ ਗਿਆ? ਮਾਫੀ ਚਾਹੁੰਦੀ ਆ, ਬਸ ਮੈਂ ਨਾ ਕੀ ਕਵਾਂ ਵੀ ਮੈਂ ਆਪਣੀਆਂ ਗੱਲਾਂ ਦੇ ਵਿੱਚ ਹੀ ਗਵਾਚ ਗਈ ਸੀ। ਅਸਲ ਦੇ ਵਿੱਚ ਠੰਡ ਦਾ ਇਲਾਜ ਹੁੰਦਾ। ਠੰਡ ਦਾ ਇਲਾਜ ਚ ਤੁਸੀਂ ਗਰਮ ਚੀਜ਼ਾਂ ਖਾ ਲਓਗੇ, ਕੋਈ ਚਾਹ ਪੀ ਲਓਗੇ, ਕੋਈ ਵੱਧ ਕੱਪੜੇ ਪਾ ਲਓਗੇ, ਕਈ ਤਰ੍ਹਾਂ ਦੇ ਇਲਾਜ ਹੁੰਦੇ ਨੇ, ਪਰ ਗਰਮੀ ਦਾ ਕੋਈ ਇਲਾਜ ਨਹੀਂ ਹੁੰਦਾ। ਉਹ ਕੁਛ ਨਹੀਂ ਹੁੰਦਾਗਾ। ਦੇਖੋ, ਜਿਹੜੇ ਨਾ ਬੰਦੇ ਸੰਘਰਸ਼ੀਲ ਹੁੰਦੇ ਆ, ਉਹਨਾਂ ਦਾ ਚੱਲਦਾ ਸਭ ਕੁਝ। ਕਦੇ ਝੋਨਾ ਲਾਉਂਦੇ ਵੇਖੇ ਲੋਕ, ਇਧਰ ਤਾਂ ਪਾਣੀ ਤੱਤਾ, ਸੂਰਜ ਦੀ ਟਿੱਕੀ ਸਿਰ ਦੇ ਵਿੱਚ ਪੈਂਦੀ ਆ, ਗਿੱਟਿਆਂ ਤੱਕ ਮੁੜਕਾ ਚੋਂਦਾ, ਪੈਰ ਗਲੇ ਪਏ ਹੁੰਦੇ ਆ ਲਾ ਲਾ ਕੇ ਝੋਨਾ, ਫੇਰ ਵੀ ਜ਼ਿੰਦਗੀ ਜ਼ਿੰਦਾਬਾਦ। ਇਸੇ ਗੱਲ ਤੇ ਆਉਣਾ ਚਾਹੁੰਦੀ ਸੀ ਮੈਂ, ਕਿਉਂਕਿ ਬਹੁਤਿਆਂ ਨੇ ਇਹ ਗੱਲ ਕਹਿਣੀ ਸੀ ਕਿ ਉਹਨਾਂ ਬਾਰੇ ਸੋਚੋ ਜਿਹੜੇ ਦਿਹਾੜੀ ਦੱਪਾ ਕਰਦੇ ਨੇ, ਜਿਹੜੇ ਵਿਚਾਰੇ ਰਿਕਸ਼ਾ ਚਲਾਉਂਦੇ ਨੇ, ਜਿਹੜੇ ਰੇੜੀਆਂ ਲਾਉਂਦੇ ਨੇ, ਜਿਹੜੇ ਝੋਨਾ ਲਾਉਂਦੇ ਨੇ, ਉਹਨਾਂ ਬਾਰੇ ਸੋਚੋ। ਵਾਕਈ ਇਹ ਲੋਕ ਤਾਂ ਬਹੁਤ ਸਿਰੜੀ ਤੇ ਬਹੁਤ ਮਹਾਨ ਹੁੰਦੇ ਨੇ। ਮੈਂ ਤੁਹਾਨੂੰ ਇੱਕ ਦੋ ਵਾਰੀ ਪਹਿਲਾਂ ਵੀ ਇਹ ਗੱਲ ਦੱਸੀ ਆ ਵੀ ਇੱਕ ਵਾਰ ਨਾ ਇੱਕ ਔਰਤ ਰਿਕਸ਼ਾ ਚਾਲਕ ਦੇ ਨਾਲ ਭਾਅ ਕਰ ਰਹੀ ਆ ਵੀ ਭਾਈ ਮੈਂ ਫਲਾਣੀ ਥਾਂ ਤੇ ਜਾਣਾ, ਕਿੰਨੇ ਪੈਸੇ ਲਏਗਾ? ਉਹ ਕਹਿੰਦਾ ਬੀਬੀ ਜੀ 50 ਰੁਪਏ ਲੂੰਗਾ। ਕਹਿੰਦੀ ਲੈ ਇੰਨੀ ਕਿਤਾਬ ਆਟ ਆ, ਆਟੋ ਤੇ ਜਾਵਾਂ 10 ਰੁਪਏ ਲੱਗਦੇ, ਤੂੰ 20 ਲੈ ਲਈ। ਕਹਿੰਦਾ ਬੀਬੀ ਜੀ ਆਟੋ ਪਰ ਤੇਲ ਸੜਤਾ ਹੈ, ਇਧਰ ਮੇਰਾ ਖੂਨ ਸੜਤਾ ਹੈ। ਇਸ ਕਰਕੇ ਭਾਈ ਤੁਸੀਂ ਏਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਜੇ ਆਪਣੇ ਕੋਲੇ 5000 ਦਾ ਪਰਸ ਹੁੰਦਾ, ਆਪਣੇ ਉੱਚੀ ਅੱਡੀ ਵਾਲੇ ਸੈਂਡਲ ਬੜੇ ਮਹਿੰਗੇ ਹੁੰਦੇ ਆ, ਬੰਦਿਆਂ ਨੇ ਮਹਿੰਗਾ ਪੈਂਟ ਕੋਟ ਪਾਇਆ ਹੋਵੇ, 10 ਰੁਪਈਆ ਪਿੱਛੇ ਲੜੀ ਜਾਂਦੇ ਆ। ਉਹਦੀ ਵਿਚਾਰੇ ਦੀ ਆਮਦਨੀ ਇਹ ਆ, ਉਹਦੇ ਕੋਲੇ ਵਿਚਾਰੇ ਕੋਲੇ ਵਸੀਲਾ ਹੀ ਇਹ ਆ, ਉਹਨੂੰ ਖੁਸ਼ ਹੋ ਕੇ ਦਿਆ ਕਰੋ ਪੈਸੇ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਆਪਾਂ ਚੱਜ ਦੇ ਵਿਚਾਰ ਦੀ ਸਾਂਝ ਪਾ ਲਈਏ। ਚੱਜ ਦਾ ਵਿਚਾਰ ਇਹ ਆ, ਬੜਾ ਸਾਫ਼ ਤੇ ਸਪਸ਼ਟ, ਧਿਆਨ ਨਾਲ ਸੁਣਿਓ ਕਿ ਮੈਂ ਬੀਤੀ ਕੱਲ ਬਾਰੇ ਅੱਜ ਸਾਰਾ ਦਿਨ ਸੋਚਦਾ ਰਿਹਾ। ਮੈਂ ਬੀਤੀ ਕੱਲ ਬਾਰੇ ਅੱਜ ਸਾਰਾ ਦਿਨ ਸੋਚਦਾ ਰਿਹਾ ਤੇ ਆਥਣ ਹੁੰਦੇ ਹੁੰਦੇ ਮੇਰਾ ਅੱਜ ਵੀ ਨਿਕਲ ਗਿਆ। ਕਿਆ ਬਾਤ ਹੈ। ਔਰ ਜ਼ਿਆਦਾਤਰ ਲੋਕ ਇਹੀ ਕਰਦੇ ਨੇ। ਅਸੀਂ ਹਮੇਸ਼ਾ ਬੀਤੇ ਸਮੇਂ ਨੂੰ ਘੋਖਦੇ ਰਹਿੰਦੇ ਆ, ਉਹਦੇ ਬਾਰੇ ਸੋਚਦੇ ਰਹਿੰਦੇ ਆ, ਕੀ ਹੋਇਆ ਉਹਦੇ ਬਾਰੇ ਚ ਵਿਚਾਰ ਕਰਦੇ ਰਹਿੰਦੇ ਆ, ਪਰ ਇਹ ਸੋਚਣਾ ਹੀ ਭੁੱਲ ਜਾਂਦੇ ਆ ਵੀ ਕੱਲ ਵੀ ਤਾਂ ਆਉਣਾ ਹੈ, ਸਾਡਾ ਭਵਿੱਖ ਹਲੇ ਅੱਗੇ ਹੈ। ਅਸੀਂ ਉਹਦੇ ਬਾਰੇ ਚ ਵਿਚਾਰ ਕਰੀਏ ਤੇ ਉਹਦੇ ਬਾਰੇ ਚ ਵਿਚਾਰ ਤਾਂ ਹੀ ਹੋ ਪਾਏਗਾ ਜੇ ਅਸੀਂ ਅੱਜ ਕੁਝ ਕਰਾਂਗੇ ਤਾਂ। ਬਿਲਕੁਲ ਜੀ, ਅਸੀਂ ਅਤੀਤ ਤੋਂ ਸਬਕ ਸਿੱਖ ਸਕਦੇ ਆ, ਪਰ ਅਤੀਤ ਨੂੰ ਹੀ ਝੁਰਦੇ ਰਹਿ ਗਏ ਆਪਾਂ ਵੀ ਇੱਕ ਵਾਰੀ ਇਉਂ ਹੋ ਗਿਆ ਸੀ, ਹੁਣ ਅਸੀਂ ਕਾਹਦਾ ਉੱਠਣਾ, ਇੱਕ ਵਾਰੀ ਤਾਂ ਇਉਂ ਹੋ ਗਿਆ ਸੀ। ਉਹਦੇ ਕੋਲੋਂ ਆਪਾਂ ਸਬਕ ਸਿੱਖ ਕੇ ਭਵਿੱਖ ਦੇ ਵਿੱਚ ਉਦਾਂ ਦਾ ਕੁਝ ਨਾ ਹੋਵੇ, ਇਹਦੇ ਲਈ ਕੋਸ਼ਿਸ਼ਾਂ ਤਾਂ ਕਰ ਸਕਦੇ ਆ, ਪਰ ਭਵਿੱਖ ਦੇ ਲਈ ਬਹੁਤ ਵੱਡੀ ਚੁਣੌਤੀ ਦੇ ਨਾਲ ਮੱਥਾ ਲਾਉਣ ਦੇ ਲਈ ਇਰਾਦਾ ਬਹੁਤ ਮਜ਼ਬੂਤ ਚਾਹੀਦਾ, ਸਿਰੜ ਚਾਹੀਦਾ। ਸੋ ਇਸ ਕਰਕੇ ਮਰੂ ਮਰੂ ਕਰਨਾ ਬੰਦ ਕਰੀਏ, ਅੱਗੇ ਵਧੀਏ। ਬਿਲਕੁਲ ਸਹੀ ਗੱਲ ਹੈ। ਵੈਸੇ ਵੀ ਇਨਸਾਨ ਗਲਤੀਆਂ ਦਾ ਪੁਤਲਾ ਹੈ ਤੇ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ, ਤੇ ਉਹਨਾਂ ਗਲਤੀਆਂ ਬਾਰੇ ਜੇ ਸੋਚਦੇ ਰਹੋਗੇ ਤੇ ਫਿਰ ਤੁਸੀਂ ਉਹਨਾਂ ਗਲਤੀਆਂ ਨੂੰ ਠੀਕ ਕਦੋਂ ਕਰੋਗੇ? ਬਿਲਕੁਲ ਸਹੀ ਜੀ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਪੇਸ਼ ਕਰੀਏ। ਤੁਸੀਂ ਨਹੀਂ ਕਦੀ ਮੈਨੂੰ ਕਹਿੰਦੇ ਵੀ ਹਰਮਨ ਜੀ ਚਾਹੀਦਾ ਵਿਚਾਰ ਪੇਸ਼ ਕਰੋ। ਮੈਨੂੰ ਪਤਾ ਹੀ ਹੈ ਵੀ ਤੁਸੀਂ IAS ਕੰਮ ਲਈਆਂ। ਜ਼ਿਆਦਾ ਨਹੀਂ ਹੋ ਗਿਆ? ਕਹਿੰਦੇ ਜਦੋਂ ਰਸਤੇ ਦੇ ਵਿੱਚ ਕੁਝ ਦਿਖਣਾ ਬੰਦ ਹੋ ਜਾਏ, ਤੇ ਜਦੋਂ ਰਿਸ਼ਤਿਆਂ 'ਚ ਸਵਾਲਾਂ ਦੇ ਜਵਾਬ ਮਿਲਣੇ ਬੰਦ ਹੋ ਜਾਣ। ਜਦੋਂ ਰਸਤੇ ਦੇ ਵਿੱਚ ਕੋਈ ਦਿਸਣਾ ਬੰਦ ਹੋ ਜੇ ਤੇ ਜਦੋਂ ਰਿਸ਼ਤਿਆਂ ਦੇ ਵਿੱਚ ਸਵਾਲਾਂ ਦੇ ਉੱਤਰ ਮਿਲਣੇ ਬੰਦ ਹੋ ਜਾਣ, ਤਾਂ ਸਮਝ ਲਓ ਵਕਤ ਆ ਗਿਆ ਮੋੜਾ ਕੱਟਣ ਦਾ। ਤਾਂ ਸਮਝ ਲਓ ਮੋੜ ਆ ਗਿਆ, ਵਕਤ ਆ ਗਿਆ, ਹੁਣ ਪਾਸਾ ਬਦਲ ਜੋ ਜਾਂ ਮੋੜ ਕੱਟ ਲੋ। ਬਿਲਕੁਲ ਸਹੀ। ਚਲੋ ਵਧੀਆ ਕੀਤਾ। ਤੁਹਾਨੂੰ ਸਮਝ ਨਹੀਂ ਨਾ ਆਇਆ? ਮੈਨੂੰ ਸਮਝ ਤਾਂ ਨਹੀਂ ਆਈ। ਮੈਂ ਮੋੜ ਵਾਲੀ ਗੱਲ ਤੋਂ ਇੱਕ ਹੋਰ ਹੀ ਗਾਣਾ ਚੇਤੇ ਕਰੀ ਬੈਠਾ। ਮੈਂ ਨਿਕਲਾ ਗੱਡੀ ਲੈ ਕੇ, ਰਸਤੇ में उस सड़क पर एक मोड़ आया, मैं ਉੱਥੇ ਹੀ ਗੱਡੀ ਛੋੜ ਆਇਆ। ਇਹ ਗਾਣਾ ਪਤਾ ਕਿਹਦੇ ਤੇ ਫਿਲਮਾਇਆ ਗਿਆ? ਜਿਹਦਾ ਇਹ ਫਿਲਮਾਇਆ ਗਿਆ, ਜਿਨ੍ਹਾਂ ਦਾ ਇਹ ਗਾਣਾ ਹੈਗਾ ਸਨੀ ਦਿਓਲ ਦਾ, ਉਹਦੇ ਘਰ ਦੇ ਮੂਹਰੇ ਜਾ ਕੇ ਉਸੇ ਸੱਜਣ ਨੇ ਇੱਕ ਵਾਰ ਫਿਰ ਬੜਕ ਮਾਰੀ ਆ, ਜਿਹੜਾ ਕਿ ਜਹਾਜ਼ ਦੇ ਵਿੱਚ ਵੀ ਪ੍ਰਚਾਰ ਕਰਦਾ ਕਿਸਾਨੀ ਅੰਦੋਲਨ ਦਾ, ਜਿਹਨੇ ਤਾਜ ਮਹਿਲ ਦੇ ਮੂਹਰੇ ਖੜ ਕੇ ਵੀ ਪ੍ਰਚਾਰ ਕੀਤਾ। ਅੱਛਾ ਜੀ। ਉਹ ਉਸ ਘਰ ਦੇ ਮੂਹਰੇ ਗਿਆ, ਸਨੀ ਦਿਓਲ ਦੇ ਘਰ ਦੇ ਮੂਹਰੇ ਜਾ ਕੇ ਟੱਲੀ ਮਾਰਦਾ ਤੇ ਅੰਦਰੋਂ ਇੱਕ
ਆਵਾਜ਼ ਆਉਂਦੀ ਆ, ਬੰਦਾ ਤਾਂ ਬਾਹਰ ਨਹੀਂ ਆਉਂਦਾ, ਉਹ ਮੋਰੇ ਜਿਹਦੇ ਵਿੱਚ ਦੀ ਗੱਲ ਕਰਨਾ ਵੀ ਹਾਂਜੀ किससे मिलना है, वो कहना भी धर्मेंद्र जी है, वो कहना वो तो नहीं है, कहना सनी देओल है, कहना वो भी नहीं है, कहना बीबी प्रकाश कौर जी होंगे, कहना वो भी नहीं है, बॉबी देओल है, कहना वो भी नहीं है, कहना मिलना था, वो कहने कोरोना के कारण आप बीबी जी से भी नहीं मिल सकते। अच्छा जी। फिर वो कहना भी भाई मैं इत्थे आया सी अज, इन्हां दे टब्बर नाल कोई नहीं गा इत्थे, ये किसी नूं मिलदे ही नहीं गे। अच्छा जी। ਗੱਲ ਉਹਨਾਂ ਦੀ ਸਹੀ ਹੈ, ਕਿਸੇ ਨੂੰ ਮਿਲਦੇ ਹੀ ਨਹੀਂ ਗਏ। ਤੇ ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਟੈਣਾ ਸਾਹਿਬ ਦੇ, ਫਿਲਹਾਲ ਵਕਤ ਹੋ ਗਿਆ ਇੱਕ ਵਕਫੇ ਦਾ ਜੀ। ਮਦਨ ਮੱਦੀ ਦਾ ਇੱਕ ਗਾਣਾ ਮੈਨੂੰ ਚੇਤੇ ਆ ਰਿਹਾ, ਗੱਡੀ ਵਾਲਿਆ ਬਾਬੂਆ ਰੋਕ ਗੱਡੀ, ਮੇਰਾ ਯਾਰ ਵਫਾ ਨਹੀਂ ਕਰ ਚੱਲਿਆ। ਆਪਾਂ ਨੂੰ ਹੋਇਆ ਕੀ ਅੱਜ? ਮੈਨੂੰ ਕੀ ਹੋਣਾ, ਆਪਾਂ ਨੂੰ ਗਾਣੇ ਹੀ ਯਾਦ ਆਈ ਜਾਂਦੇ। ਮੈਨੂੰ ਗਾਣੇ ਕਿਉਂ ਚੇਤੇ ਆਉਂਦੇ, ਕਿਉਂਕਿ ਹਰ ਗਾਣੇ ਦੇ ਨਾਲ ਇੱਕ ਖਬਰ ਜੋੜ ਕੇ ਪੇਸ਼ ਕਰੂੰਗਾ। ਕਰੋ ਕਰੋ ਉਹ ਇਹ ਆ ਵੀ ਰੇਲ ਗੱਡੀ ਤੁਰੀ ਫਿਰੋਜ਼ਪੁਰੋਂ, ਜਾਣੀ ਆ ਬੰਬੇ, ਹੋ ਕੇ ਜਾਣੀ ਦਿੱਲੀ ਦੇ ਵਿੱਚ ਦੀ, ਜਾਣੀ ਇਹ ਰੋਹਤਕ ਵੱਲ ਆ, ਪਰ ਰੋਹਤਕ ਤੋਂ ਰਵਾੜੀ ਵੱਲ ਕਰਤੀ, ਨਰੇਲੇ ਵੱਲ ਕੀਤੀ ਨਹੀਂ ਜੀ। 1000 ਦੇ ਕਰੀਬ ਕਿਸਾਨ ਆ ਜਿਹੜੇ ਉਹਨਾਂ ਨੂੰ ਖੱਜਲ ਕੀਤਾ ਗਿਆ। ਇਦਾਂ ਦੀਆਂ ਹੁਣ ਚਾਲਾਂ ਚੱਲੀਆਂ ਜਾ ਰਹੀਆਂ ਵੀ ਕਿਸਾਨਾਂ ਨੂੰ ਕਿਤੇ ਦਿੱਲੀ ਦੇ ਵਿੱਚ ਜਾਣ ਦਾ ਮੌਕਾ ਨਾ ਮਿਲ ਜੇ, ਕਿਉਂਕਿ ਹੁਣ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਇਸ ਵਕਤ ਰੇਲ ਗੱਡੀ ਦੇ ਰਾਹੀਂ ਵੀ ਜਾਣਾ ਸ਼ੁਰੂ ਕਰ ਚੁੱਕੇ ਆ ਜੀ। ਕਿਉਂਕਿ ਨਰੇਲੇ ਤੋਂ ਸਿੰਘੂ ਬਾਰਡਰ ਜਿੱਥੇ ਕਿ ਅੰਦੋਲਨ ਸ਼ੁਰੂ ਹੋਇਆ, ਉੱਥੇ ਪੈਦਲ ਵੀ ਤੁਰ ਕੇ ਜਾਇਆ ਜਾ ਸਕਦਾ, ਪਰ ਨਹੀਂ, ਉਹਨਾਂ ਨੇ ਗੱਡੀ ਹੋਰ ਪਾਸੇ ਮੋੜ ਲਈ। ਤੇ ਹੁਣ ਜਿਹੜੇ ਅਧਿਕਾਰੀ ਉਹ ਤਰਕ ਦਿੰਦੇ ਆ, कहते जी यहाँ तो कोई तकनीकी समस्या थी, यहाँ तो कोई प्रॉब्लम बड़ी थी, इसलिए हमने ये गाड़ी का मोड़ कटा लिया। बिल्कुल सही। 1000 ਦੇ ਨੇੜੇ ਜਿਹੜੇ ਕਿਸਾਨ ਨੇ ਉਹ ਇਸ ਗੱਡੀ ਦੇ ਵਿੱਚ ਮੌਜੂਦ ਸੀ, ਔਰ ਪੰਜਾਬ ਮੇਲ ਇਸ ਗੱਡੀ ਦਾ ਨਾਮ ਹੈ। ਤੁਸੀਂ ਵੇਖੋ ਵੀ ਹੈਰਾਨੀ ਹੁੰਦੀ ਹੈ ਟੈਣਾ ਸਾਹਿਬ, ਵੀ ਬੰਦਾ ਗੱਡੀ ਦੇ ਵਿੱਚ ਬੈਠਾ, ਟਿਕਟ ਵੀ ਕਟਾਈ ਹੈ ਤੇ ਪਤਾ ਵੀ ਹੈ ਵੀ ਜਾਣਾ ਕਿੱਥੇ ਹੈ, ਤੇ ਰੇਲ ਗੱਡੀ ਹੋਈ ਕਿਤੇ ਹੋਰ ਮੋੜ ਲਓ। ਸ਼ਾਬਾਸ਼ ਹੈ ਤੁਹਾਡੇ, ਮਤਲਬ ਹੱਦ ਹੁੰਦੀ ਹੈ। ਤੁਸੀਂ ਇਦਾਂ ਵੀ ਕਰੋਗੇ? ਇਦਾਂ ਵੀ ਕਰਦੇ, ਤੇ ਹਾਲੇ ਬੜਾ ਕੁਝ ਹੋਰ ਕੀਤਾ ਜਾਣਾ। ਇਸ ਗੱਲ ਕਰਕੇ ਚੌਕਸ ਰਹੋ। ਮੈਨੂੰ ਹੁਣੇ ਇੱਕ ਜਾਣਕਾਰੀ ਮਿਲੀ ਹੈ, ਇਹ ਜ਼ਰੂਰ ਸਾਂਝੀ ਕਰਨੀ ਬਣਦੀ ਹੈ ਵੀ ਜਿਹੜੇ ਵੀ ਭੈਣਾਂ ਵੀਰ ਟਰੈਕਟਰ ਟਰਾਲੀਆਂ ਦੇ ਵਿੱਚ ਵੱਖ-ਵੱਖ ਬਾਰਡਰਾਂ ਦੇ ਵੱਲ ਜਾ ਰਹੇ ਆ ਜਾਂ ਉਧਰੋਂ ਮੁੜ ਕੇ ਆ ਰਹੇ ਆ, ਉਹ ਕੱਲੇ ਟਰਾਲੀ ਦੇ ਵਿੱਚ ਸਫ਼ਰ ਨਾ ਕਰੋ। ਤੁਸੀਂ 5-5 10-10 ਟਰਾਲੀਆਂ ਇਕੱਠੀਆਂ ਤੋਰੋ ਜੀ, ਕਿਉਂਕਿ ਰਾਤ ਦੇ ਵੇਲੇ ਬਿਲਕੁਲ ਵੀ ਸਫ਼ਰ ਨਹੀਂ ਕਰਨਾ। ਉਹਦਾ ਕਾਰਨ ਇਹ ਹੈ ਵੀ ਹੁਣ ਗੁੰਡਿਆਂ ਬਦਮਾਸ਼ਾਂ ਨੇ ਟਰਾਲੀਆਂ ਦੇ ਉੱਤੇ ਹਮਲਾ ਕਰਨ ਦੀ ਗੱਲ ਸੋਚ ਲਈ ਹੈ, ਤੇ ਰਾਤ ਦੇ ਵੇਲੇ ਸਫ਼ਰ ਇਸ ਕਰਕੇ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਮੌਕਾ ਮਿਲ ਸਕਦਾ। ਆ ਹੁਣੇ ਜਾਣਕਾਰੀ ਮਿਲੀ ਆ, ਸਿੰਘੂ ਬਾਰਡਰ ਦੇ ਕੋਲੇ ਰਸੋਈ ਢਾਬੇ ਦੇ ਕੋਲੇ ਇੱਕ ਪੱਤਰਕਾਰ ਦੀ ਕਾਰ ਲੁੱਟੀ ਗਈ ਆ। ਉਹਦੇ ਵਿੱਚ ਮਾਈਕ, ਉਹਦੇ ਵਿੱਚ ਜੋ ਕੈਮਰੇ ਸੀ, ਉਹਦੇ ਵਿੱਚ ਜੋ ਪੈਸਾ ਟੱਕਾ ਸੀ, ਸਾਰਾ ਕੁਝ ਲੁੱਟ ਕੇ ਲੈ ਗਏ ਆ। ਇਸ ਕਰਕੇ ਆਪਣੇ ਨਾਲ ਕੁਝ ਇਹੋ ਜਿਹਾ ਨਾ ਵਾਪਰੇ, ਇਹਦੇ ਕਰਕੇ ਮੀਡੀਆ ਕਰਮਚਾਰੀ ਆ ਜਿਹੜੇ ਉਹ ਵੀ ਇਕੱਠੇ ਰਹਿਣ, ਤੇ ਕਿਸਾਨ ਭੈਣਾਂ ਵੀਰ, ਮਜ਼ਦੂਰ ਭੈਣਾਂ ਵੀਰ ਉਹ ਵੀ ਇਕੱਠੇ ਹੋ ਕੇ ਅੱਗੇ ਵਧਣ ਜੀ। ਔਰ ਬੀਬੀਆਂ ਵੀ ਖਾਸ ਤੌਰ ਤੇ ਇਸ ਗੱਲ ਦਾ ਖਿਆਲ ਰੱਖਣ, ਚੌਕਸ ਰਹਿਣ ਕਿ ਉਹਨਾਂ ਦੇ ਆਲੇ ਦੁਆਲੇ ਕੌਣ ਲੋਕ ਨੇ, ਕੌਣ ਉਹਨਾਂ ਦੇ ਮਗਰ ਆ ਰਿਹਾ ਹੈ, ਕਿੱਥੇ ਜਿੱਥੇ ਵੀ ਉਹਨਾਂ ਨੇ ਜਾਣਾ ਹੈ ਉੱਥੇ ਉਹ ਇਕੱਠੀਆਂ ਹੋ ਕੇ ਜਾਣ। ਉੱਥੇ ਨਾਲ ਕੋਈ ਇੱਕ ਅੱਧਾ ਜਿਹੜਾ ਬੰਦਾ ਹੈ, ਚਾਹੇ ਉਹਨਾਂ ਦਾ ਪਿਓ ਹੋਏ, ਚਾਹੇ ਭਰਾ ਹੋਏ ਜਾਂ ਕੋਈ ਵੀ ਹੋਏ, ਉਹ ਨਾਲ ਜ਼ਰੂਰ ਹੋਏ, ਤਾਂ ਜੋ ਇਹੋ ਜਿਹੀ ਜੇਕਰ ਕਿਤੇ ਖੁਦਾ ਨਾ ਖਾਸਤਾ ਕੋਈ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਫਿਰ ਉਹਦਾ ਸਾਹਮਣਾ ਕਰਨ ਦੇ ਲਈ ਤਿਆਰ ਬਰ ਤਿਆਰ ਹੋਣ। ਗੁੰਡਿਆਂ ਨੂੰ ਇਸ ਵਕਤ ਥਾਪੜੇ ਮਿਲੇ ਹੋਏ ਆ, ਉਹਨਾਂ ਦੇ ਵੱਲੋਂ ਕੁਝ ਵੀ ਕੀਤਾ ਜਾ ਸਕਦਾ। ਇਸ ਕਰਕੇ ਬਚਾਅ ਦੇ ਵਿੱਚ ਬਚਾ, ਆਪਾਂ ਡਟ ਕੇ ਅੱਗੇ ਵੀ ਵਧਣਾ, ਪਰ ਆਪਾਂ ਆਪਦੀ ਜ਼ਿੰਦਗੀ ਦੀ ਸੁਰੱਖਿਆ ਵੀ ਰੱਖਣੀ ਆ। ਸੋ ਇਸ ਕਰਕੇ ਸਾਰਾ ਕੁਝ ਸੋਚ ਵਿਚਾਰ ਕੇ ਅੱਗੇ ਵਧਣਾ। ਪਰ ਮੈਨੂੰ ਇੱਕ ਚੀਜ਼ ਦੀ ਬੜੀ ਹੈਰਾਨੀ ਹੁੰਦੀ ਹੈ ਟਾਣਾ ਸਾਹਿਬ ਕਿ ਜਦੋਂ ਅੱਜ ਇਸ ਅੰਦੋਲਨ ਦੇ ਉੱਪਰ ਜੋ ਕੁਝ ਵੀ ਭਾਰਤ ਦੇ ਵਿੱਚ ਹੋ ਰਿਹਾ ਹੈ, ਉਹ ਸਭ ਕੁਝ ਦੇ ਉੱਪਰ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਪੂਰੀ ਦੁਨੀਆ ਦੀਆਂ ਸਰਕਾਰਾਂ ਜਿੰਨੀਆਂ ਵੀ ਨੇ ਹਨਾ, ਦੇਸ਼ਾਂ ਵਿਦੇਸ਼ਾਂ ਦੀਆਂ, ਉਹ ਸਾਰੀਆਂ ਨਜ਼ਰਾਂ ਟਿਕਾਈ ਬੈਠੀਆਂ ਨੇ। ਫਿਰ ਵੀ ਜਦੋਂ ਇਹੋ ਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਵੀ ਰੇਲ ਗੱਡੀ ਮੋੜ ਲਓ, ਕਦੀ ਤੁਸੀਂ ਕੁਝ ਕਰ ਲਓ, ਕਦੀ ਕੁਝ ਕਰ ਲਓ, ਕੀ ਸੋਚਿਆ ਨਹੀਂ ਜਾਂਦਾ ਵੀ ਸਾਡੀ ਕੀ ਇਮੇਜ, ਕੀ ਤਸਵੀਰ ਬਣਦੀ ਹੋਊਗੀ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਸਾਨੂੰ ਸਿਰਫ ਕਹਿ ਲਓ ਖਬਰਾਂ ਰਾਹੀਂ, ਅਖਬਾਰਾਂ ਰਾਹੀਂ ਹੀ ਜਾਣਦੇ ਨੇ? ਉਹ ਸੋਚਦੇ ਨਹੀਂ ਹੋਣਗੇ? ਸੋਚਦੇ ਤਾਂ ਹੋਣਗੇ, ਇਦਾਂ ਦੀਆਂ ਵੀ ਹੁੰਦੀਆਂ, ਸੋਚਦੇ ਤਾਂ ਹੋਣਗੇ, ਪਰ ਜਿਨ੍ਹਾਂ ਨੇ ਆਪਣਾ ਅਕਸ ਬਣਾਉਣਾ, ਚਮਕਾਉਣਾ, ਉਹ ਨਹੀਂ ਨਾ ਸੋਚਦੇ। ਉਹ ਤਾਂ ਹਾਲੇ ਵੀ ਇੱਕੋ ਗੱਲ ਕਰੀ ਜਾਂਦੇ ਆ, ਮੇਰੇ और किसानों के दरमियान सिर्फ एक फोन कॉल की दूरी है। ਤੇ ਕਿਸਾਨਾਂ ਨੇ ਅੱਗੋਂ ਇਹ ਗੱਲ ਕਹੀ ਆ, आपका तो फोन नहीं आएगा, आप अपना नंबर दे दीजिएगा, हम ही आपको कॉल कर लेते हैं। ਹਾਂ ਇਹ ਤਾਂ ਉਹੀ ਗੱਲ ਹੋਈ ਨਾ ਕਿ ਇੱਕ ਬੰਦਾ ਦੂਜੇ ਨੂੰ ਕਹੇ ਵੀ ਜਦੋਂ ਬਾਈ ਲੋੜ ਪੈ ਜੇ ਨਾ, ਕਿਤੇ ਮੁਸੀਬਤ ਚ ਹੋਵੇ, ਮੈਨੂੰ ਫੋਨ ਕਰ ਲਈ ਤੇ ਨੰਬਰ ਦਵੇ ਨਾ, ਹਨਾ। ਉਹੀ ਹਾਲ ਹੋਇਆ ਪਿਆ ਵੀ ਨੰਬਰ ਤੁਸੀਂ ਦੱਸਦੇ ਨਹੀਂ, ਜਾਂ ਤੁਸੀਂ ਹਾਲੇ ਤੱਕ ਇੰਨਾ ਕੁਝ ਹੋ ਗਿਆ ਅਖਬਾਰਾਂ ਦੇ ਵਿੱਚ, ਖਬਰਾਂ ਦੇ ਵਿੱਚ ਹਰ ਰੋਜ਼ ਤੁਸੀਂ ਵੇਖਦੇ ਹੋ, ਤੁਸੀਂ ਮੁਲਕ ਦੇ ਪ੍ਰਧਾਨ ਮੰਤਰੀ ਹੋ ਤੇ ਤੁਹਾਨੂੰ ਪਤਾ ਹੀ ਨਹੀਂ ਕੀ ਕੁਝ ਹੋਈ ਜਾਂਦਾ ਹੈ, ਤੇ ਹਾਲੇ ਵੀ ਇੱਕ ਫੋਨ ਕਾਲ ਦੀ ਉਡੀਕਦੇ ਹੋ। ਬਿਲਕੁਲ ਸਹੀ ਗੱਲ ਹੈ। ਇਸ ਕਰਕੇ ਭਾਈ ਬਹੁਤ ਲੰਮਾ ਸੰਘਰਸ਼ ਚੱਲ ਸਕਦਾ, ਪਰ ਵੱਖ-ਵੱਖ ਬਾਰਡਰਾਂ ਦੇ ਉੱਤੇ ਲੋੜਿਆਂ ਦਾ ਇਕੱਠ ਆ। ਇਸ ਵਕਤ ਇੰਨੀ ਕੁ ਸੰਗਤ, ਇੰਨੇ ਕਿਸਾਨ ਉੱਥੇ ਪਹੁੰਚੇ ਹੋਏ ਆ ਵੀ ਪੁੱਛੋ ਹੀ ਕੁਛ ਨਾ। ਜੋ ਕੁਝ 25 ਤਰੀਕ ਦੇ ਮੌਕੇ ਸੀ ਤੇ ਉਸ ਤੋਂ ਬਾਅਦ 27 ਤਰੀਕ ਨੂੰ ਬਿਲਕੁਲ ਇਉਂ ਲੱਗਦਾ ਸੀ ਵੀ ਪੰਡਾਲ ਖਿੰਡ ਗਏ, ਅੰਦੋਲਨ ਖਤਮ ਹੋ ਗਿਆ। 29 ਤਰੀਕ ਤੋਂ ਬਾਅਦ ਇੱਕ ਵਾਰ ਫਿਰ ਜੋਸ਼ ਭਰਿਆ ਗਿਆ ਤੇ ਹੁਣ ਉੱਥੇ ਇੰਨਾ ਕੁ ਇਕੱਠ ਆ
ਵੀ ਕਮਾਲ ਹੋਈ ਪਈ ਆ। ਸਿੰਘੂ ਬਾਰਡਰ ਤੇ ਵੀ ਮੈਂ ਖਬਰਾਂ ਪੜ੍ਹ ਰਹੀ ਸੀ ਟਾਣਾ ਸਾਹਿਬ, ਨਰੇਲਾ ਪਿੰਡ ਹੈ ਜਿਹੜਾ ਕੋਲ, ਉੱਥੋਂ ਤੱਕ ਟਰੈਕਟਰ ਟਰਾਲੀਆਂ ਹੀ ਨਜ਼ਰ ਆ ਰਹੀਆਂ ਨੇ। ਰਸ਼ ਜਿਹੜਾ ਹੈ, ਜਿਹੜਾ ਕਿਸਾਨਾਂ ਦਾ ਇਕੱਠ ਹੈ, ਉਹ ਵੱਧਦਾ ਜਾ ਰਿਹਾ ਹਰ ਰੋਜ਼। ਬਿਲਕੁਲ ਸਹੀ ਗੱਲ। ਜੱਜ ਦਾ ਵਿਚਾਰ। ਟਾਣਾ ਸਾਹਿਬ, ਤੁਹਾਨੂੰ ਪਤਾ ਲੱਗਿਆ ਵੀ ਇੱਕ ਹੋਰ ਮਨੁੱਖੀ ਅਧਿਕਾਰ ਦੀ ਉਲੰਘਣਾ ਹੀ ਮੈਂ ਕਹੂੰਗੀ ਇਸ ਚੀਜ਼ ਨੂੰ, ਕਿ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ। ਕੋਈ ਫਰਕ ਨਹੀਂ ਪੈਂਦਾ ਹਰਬਨ ਜੀ, ਜਿਹੜੀ ਥਾਂ ਦੇ ਉੱਤੇ ਅੰਦੋਲਨ ਪਹੁੰਚ ਚੁੱਕਿਆ ਨਾ, ਇੱਥੇ ਇੰਟਰਨੈਟ ਦੇ ਨਾਲ ਕੋਈ ਬੜਾ ਫਰਕ ਨਹੀਂ ਜੇ ਪੈਣਾ। ਸ਼ਹੀਦ ਭਗਤ ਸਿੰਘ ਦੇ ਵੇਲੇ ਕਿਹੜਾ ਇੰਟਰਨੈਟ ਹੁੰਦਾ ਸੀਗਾ? ਅੰਦੋਲਨ ਉਦੋਂ ਵੀ ਚੱਲਦੇ ਸੀ ਨਾ। ਤੁਸੀਂ 50 ਸਾਲ ਪਿੱਛੇ ਵੱਲ, 100 ਸਾਲ ਪਿੱਛੇ ਵੱਲ, ਥੋੜੇ ਜਿਹੇ ਹੋਰ ਸਾਲ ਪਿੱਛੇ ਦੇ ਵੱਲ ਝਾਤ ਮਾਰ ਕੇ ਦੇਖੋ, ਕੋਈ ਇੰਟਰਨੈਟ ਨਹੀਂ ਸੀ, ਕੋਈ WhatsApp ਨਹੀਂ ਸੀ, ਕੋਈ ਮੋਬਾਈਲ ਨਹੀਂ ਸੀ, ਕੁਝ ਨਹੀਂ ਸੀਗਾ, ਪਰ ਅੰਦੋਲਨ ਤਾਂ ਉਦੋਂ ਵੀ ਹੁੰਦੇ ਸੀ। ਸਿਰੜ ਚਾਹੀਦਾ, ਅੱਗੇ ਵਧਾਂਗੇ। ਬਿਲਕੁਲ ਸਹੀ ਗੱਲ ਹੈ। ਔਰ ਪਰ ਜਿਹੜੀਆਂ ਸਰਕਾਰਾਂ ਨੇ ਨਾ, ਉਹ ਪੂਰੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਕਿ ਕਿਸੇ ਤਰੀਕੇ ਇਸ ਅੰਦੋਲਨ ਨੂੰ ਦਬਾ ਲਿਆ ਜਾਏ, ਕਿਸੇ ਤਰੀਕੇ ਜਿਹੜੀਆਂ ਆਵਾਜ਼ਾਂ ਨੇ, ਹੱਕ ਦੀਆਂ ਆਵਾਜ਼ਾਂ, ਉਹ ਅੱਗੇ ਤੋਂ ਅੱਗੇ ਨਾ ਪਹੁੰਚਣ, ਤੇ ਜੋ ਵੀ ਹੀਲੇ ਵਰਤੇ ਜਾ ਸਕਦੇ ਨੇ ਉਹ ਇਸ ਵੇਲੇ ਵਰਤ ਰਹੇ ਨੇ। ਤੁਸੀਂ ਵੇਖੋ, ਹਰ ਰੋਜ਼ ਤਸਵੀਰਾਂ ਆ ਰਹੀਆਂ, ਕਦੀ ਤਾਂ ਸੜਕਾਂ ਦੇ ਉੱਪਰ ਕਿੱਲ ਗੱਡੇ ਜਾਂਦੇ ਨੇ, ਕਦੀ ਬੈਰੀਕੇਡਿੰਗ ਜਿਹੜੀ ਉਹ ਹੋਰ ਜ਼ਿਆਦਾ ਵਧਾ ਦਿੱਤੀ ਜਾਂਦੀ ਹੈ, ਕਦੇ ਕੁੱਟਮਾਰ ਕੀਤੀ ਜਾਂਦੀ ਹੈ, ਕਦੇ ਪੱਥਰਬਾਜ਼ੀ ਕਰਵਾਈ ਜਾਂਦੀ, ਕਦੇ ਕੁਛ ਕਦੇ ਕੁਛ ਕਦੇ ਕੁਛ। ਹਰ ਰੋਜ਼ ਕਿਸਾਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਜਾਰੀ ਹੈ। ਮੈਨੂੰ ਇਉਂ ਲੱਗਦਾ ਵੀ ਕੇਂਦਰ ਦੀ ਸਰਕਾਰ ਨਾ ਭੁਲੇਖਾ ਖਾ ਗਈ। ਇਹਨਾਂ ਨੂੰ ਇਉਂ ਲੱਗਣ ਲੱਗ ਪਿਆ ਵੀ ਇਹ ਚੀਨ ਦੇ ਫੌਜੀ ਇੱਥੇ ਆ ਕੇ ਬਹਿ ਗਏ, ਇਹਨਾਂ ਨੂੰ ਆਪਾਂ ਦਿੱਲੀ ਦੇ ਵਿੱਚ ਵੜ ਨਹੀਂ ਦੇਣਾ। ਭਰਾਵੋ, ਇਹ ਚੀਨ ਦੇ ਫੌਜੀ ਨਹੀਂ ਹੈਗੇ, ਇਹ ਚੀਨੀ ਸੈਨਿਕ ਬਿਲਕੁਲ ਨਹੀਂ ਗਏ। ਤੁਸੀਂ ਇਹਨਾਂ ਨੂੰ ਰੋਕਣ ਦੇ ਲਈ ਧਰਤੀ ਦੇ ਵਿੱਚ ਕਿੱਲਾਂ ਗੱਡ ਦਿੱਤੀਆਂ, ਫੁੱਟ ਦੀਆਂ। ਤੁਸੀਂ ਕਈ ਪੜਾਵਾਂ ਦੇ ਵਿੱਚ, ਕਈ ਲੇਅਰਾਂ ਦੇ ਵਿੱਚ ਬੈਰੀਕੇਡ ਲਾਤੇ ਆ। ਸਿੰਘੂ ਬਾਰਡਰ ਦੇ ਉੱਤੇ 4 ਲੇਅਰ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਆ। ਟਿਕਰੀ ਦੇ ਵਿੱਚ 7 ਲੇਅਰ ਦੀ 7 ਪੜਾਵਾਂ ਦੇ ਉੱਤੇ ਬੈਰੀਕੇਡਿੰਗ ਕੀਤੀ ਆ। ਉਧਰ ਗਾਜ਼ੀਪੁਰ ਬਾਰਡਰ ਦੇ ਉੱਤੇ 12 ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਆ। ਇਸ ਤੋਂ ਇਲਾਵਾ ਉੱਥੇ ਬਹੁਤ ਵੱਡੇ ਪੱਥਰ ਰੱਖ ਦਿੱਤੇ ਗਏ ਆ। ਵਿਚਾਲੇ ਟਿੱਪਰ ਜਿਹੜੇ ਉਹ ਮਿੱਟੀ ਦੇ ਭਰ ਕੇ ਖੜੇ ਕਰ ਦਿੱਤੇ ਗਏ ਆ। ਉੱਥੇ ਕੰਡਿਆਲੀ ਤਾਰ, ਜਿਹੜੀ ਕਿ ਖੇਤਾਂ ਵਿੱਚ ਵੀ ਲਾਉਣ ਦੀ ਆਗਿਆ ਨਹੀਂ, ਵੀ ਇਹ ਪਸ਼ੂ ਦਾ ਨੁਕਸਾਨ ਕਰ ਸਕਦੀ ਹੈ, ਗੈਰ ਕਾਨੂੰਨੀ ਆ, ਉਹ ਕੰਡਿਆਲੀ ਤਾਰ ਉੱਥੇ ਲਾਈ ਗਈ ਹੈ ਜਿਹੜੀ ਮਨੁੱਖ ਨੂੰ ਰੋਕ ਸਕੇ। ਤੇ ਉਹ ਕਿਹਨੂੰ ਰੋਕ ਸਕੇ? ਉਹ ਕਿਸਾਨ। ਮੰਨਣੀ ਨਹੀਂ, ਰੋਕਣਾ ਆਪਾਂ। ਇੱਕ ਪਾਸੇ ਗੱਲ ਕਹਿੰਦੇ ਵੀ ਜਨਤਕ ਜਾਇਦਾਦ ਦਾ ਨੁਕਸਾਨ ਕਰਨ ਵਾਲਿਆਂ ਤੇ ਪਰਚੇ ਹੋਣ, ਤੇ ਹੁਣ ਉੱਥੇ ਜੀਸੀਬੀ ਮਸ਼ੀਨਾਂ ਲਿਆ ਕੇ ਤੇ ਸੜਕਾਂ ਫੇਰ ਪੁੱਟਤੀਆਂ। ਜੀ ਬਿਲਕੁਲ, ਮੈਂ ਇਸੇ ਗੱਲ ਤੇ ਆਉਣ ਲੱਗੀ ਸੀ ਵੀ ਹੁਣ ਨਹੀਂ, ਜੇ ਜਨਤਕ ਜਾਇਦਾਦਾਂ ਦਾ ਨੁਕਸਾਨ ਕਰਨ ਵਾਲਿਆਂ ਦੇ ਉੱਪਰ ਪਰਚੇ ਹੋਣ, ਤਾਂ ਸਭ ਤੋਂ ਪਹਿਲਾਂ ਤਾਂ ਖੱਟਰ ਸਰਕਾਰ ਦੇ ਉੱਪਰ ਹੋਣੇ ਚਾਹੀਦੇ ਹੈ। ਉਹਨਾਂ ਨੇ ਹਾਈਵੇ ਦੇ ਵਿੱਚ ਟੋਏ ਪੁੱਟੇ, ਉਹਨਾਂ ਨੇ ਹਾਈਵੇ ਨੂੰ ਨੁਕਸਾਨ ਪਹੁੰਚਾਇਆ, ਲੋਕਾਂ ਨੇ ਵਰਤਣਾ ਸੀ ਉਸ ਹਾਈਵੇ ਨੂੰ। ਉਸ ਹਾਈਵੇ ਨੂੰ ਤੁਸੀਂ ਕਿਵੇਂ ਨੁਕਸਾਨ ਪਹੁੰਚਾ ਸਕਦੇ ਹੋ? ਉਹ ਵੀ ਜਨਤਕ ਜਾਇਦਾਦ ਹੈ। ਸਭ ਤੋਂ ਪਹਿਲਾਂ ਖੱਟਰ ਸਰਕਾਰ ਦੇ ਉੱਪਰ ਪਰਚੇ ਹੋਣੇ ਚਾਹੀਦੇ ਹੈ। ਉਸ ਤੋਂ ਬਾਅਦ ਚ ਹੁਣ ਜਿਹੜੇ ਟੋਏ ਪੁੱਟ ਰਹੇ ਨੇ, ਹੁਣ ਵੀ ਸੜਕਾਂ ਦੇ ਵਿੱਚ ਬਹੁਤੀਆਂ ਥਾਵਾਂ ਤੇ ਟਾਣਾ ਸਾਹਿਬ ਜਿਹੜੇ ਟੋਏ ਪੁੱਟੇ ਜਾ ਰਹੇ ਆ, ਜਿਹੜੇ ਹਾਈਵੇਜ਼ ਨੇ ਉਹ ਤੋੜੇ ਜਾ ਰਹੇ ਆ, ਤੇ ਹੁਣ ਉਹਨਾਂ ਦੇ ਉੱਪਰ ਕਿਉਂ ਨਹੀਂ ਪਰਚੇ ਹੋ ਰਹੇ? ਦੇਖੋ, ਜਿਹੜੇ ਇਹ ਸੜਕਾਂ ਬਣੀਆਂ ਨਾ, ਜਿਹੜੇ ਇਹ ਹਾਈਵੇ ਆ, ਇਹ ਲੋਕਾਂ ਦੇ ਵੱਲੋਂ ਦਿੱਤੇ ਗਏ ਟੈਕਸ ਦੇ ਪੈਸੇ ਨਾਲ ਸਾਰਾ ਕੁਝ ਬਣਿਆ। ਇਹ ਸਾਡੇ ਟੈਕਸ ਦੇ ਪੈਸੇ ਆ, ਇਹ ਸਾਡਾ ਵੀ ਇਸ ਸੜਕ ਦੇ ਵਿੱਚ ਯੋਗਦਾਨ ਆ। ਤੁਸੀਂ ਆਪਦੀ ਮਰਜ਼ੀ ਮੁਤਾਬਕ ਪੱਟ ਦਿੰਦੇ ਆ, ਤੁਹਾਡੇ ਉੱਤੇ ਪਹਿਲਾਂ ਪਰਚਾ ਦਰਜ ਹੋਣਾ ਚਾਹੀਦਾ। ਉਸ ਤੋਂ ਅਗਲੀ ਗੱਲ ਇਹ ਆ ਵੀ ਇੱਕ ਪਾਸੇ ਕਹਿੰਦੇ ਹਮ ਤੋਂ ਕਿਸਾਨ ਕੇ ਪਕਸ਼ ਮੇਂ ਹੈ, ਤੇ ਜੇ ਕਿਸਾਨ ਦੇ ਪਕਸ਼ ਦੇ ਵਿੱਚੋਂ, ਤੇ ਫਿਰ ਕਿਸਾਨ ਕਿਹੜਾ ਹਿੰਸਕ ਆ? ਕਿਸਾਨ ਤਾਂ ਤੁਹਾਡਾ ਸਤਿਕਾਰ ਕਰਦਾ। ਹੁਣ ਵੀ ਸਰਕਾਰ ਦੇ ਬਾਰੇ ਇਹ ਗੱਲ ਕਹਿੰਦੇ ਕਿਸਾਨ ਵੀ ਅਸੀਂ ਤੁਹਾਡਾ ਵੀ ਸਨਮਾਨ ਕਰਦੇ ਆ, ਤੁਸੀਂ ਸਾਡਾ ਵੀ ਸਨਮਾਨ ਕਰੋ। ਆਪਾਂ ਮਿਲ ਬੈਠ ਕੇ ਮਸਲੇ ਦਾ ਹੱਲ ਕੱਢਦੇ ਆ। ਤੁਸੀਂ ਤਿੰਨੇ ਖੇਤੀ ਕਾਨੂੰਨ ਰੱਦ ਕਰੋ ਤੇ ਅਸੀਂ ਆਪਣੇ ਘਰੋਂ ਕਰੀ ਜਾਈਏ, ਪਰ ਇਸ ਗੱਲ ਦੇ ਉੱਤੇ ਨਹੀਂ ਆਉਂਦੇਗੇ। ਹੋਰ ਜਿੰਨੀਆਂ ਮਰਜ਼ੀ ਗੱਲਾਂ ਸੁਣ ਲਓ ਜੀ। ਇੱਕ ਬੰਨੇ ਤਾਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਸ਼ਾਂਤੀਪੂਰਵਕ ਸਾਰਿਆਂ ਦੀ ਗੱਲ ਸੁਣਨਾ ਚਾਹੁੰਦੇ ਆ, ਅਸੀਂ ਮੰਨਣਾ ਚਾਹੁੰਦੇ ਆ, ਕੁਝ ਆਪਣੀਆਂ ਮਨਾਉਣਾ ਚਾਹੁੰਦੇ ਆ, ਪਰ ਜੋ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ, ਇਹ ਤੁਸੀਂ ਕਿਸਾਨਾਂ ਨੂੰ ਉਕਸਾ ਕਿਉਂ ਰਹੇ ਹੋ? ਜਦ ਉਹ ਕਿਹੜਾ ਕੋਈ ਨੁਕਸਾਨ ਕਰ ਰਹੇ ਨੇ, ਚੁੱਪਚਾਪ ਬੈਠੇ ਨੇ ਨਾ, ਇੰਨੇ ਮਹੀਨਿਆਂ ਤੋਂ ਬੈਠੇ ਨੇ। ਜੇ ਉਹਨਾਂ ਨੇ ਇੰਨੇ ਮਹੀਨਿਆਂ 'ਚ ਪਹਿਲਾਂ ਕੋਈ ਨੁਕਸਾਨ ਨਹੀਂ ਕੀਤਾ, ਤਾਂ ਹੁਣ ਉਹ ਕਿਉਂ ਕਰਨਗੇ? ਜੇਕਰ ਤੁਸੀਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨਾ ਚਾਹੁੰਦੇ ਹੋ, ਤੇ ਫਿਰ ਇਹ ਸਾਰਾ ਕੁਝ ਕਿਉਂ ਕੀਤਾ ਜਾਂਦਾ ਹੈ? ਇਹਦਾ ਜਵਾਬ ਦੇਣ। ਬਿਲਕੁਲ ਜੀ, ਤੇ ਗੱਲਬਾਤ ਉਸ ਮਾਹੌਲ ਦੇ ਵਿੱਚ ਹੁੰਦੀ ਹੈ ਜਦੋਂ ਸਾਰਾ ਕੁਝ ਠੀਕ ਹੋਵੇ, ਜਦੋਂ ਕਿਸਾਨਾਂ ਦੇ ਉੱਤੇ ਪਰਚੇ ਪਾਏ ਗਏ ਹੋਣ, ਕਿਸਾਨ ਲਾਪਤਾ ਹੋਣ, ਦਿੱਲੀ ਦੀ ਪੁਲਿਸ ਅਥਰੂ ਗੈਸ ਦੇ ਗੋਲੇ ਕਿਸਾਨਾਂ ਦੇ ਵਾਲੀ ਸੁੱਟਦੀ ਹੋਵੇ, ਇੰਟਰਨੈਟ ਦੀਆਂ ਸੇਵਾਵਾਂ ਬੰਦ ਕੀਤੀਆਂ ਹੋਣ, ਪਾਣੀ ਤੇ ਬਿਜਲੀ ਦੀ ਸਪਲਾਈ ਤੁਸੀਂ ਬੰਦ ਕਰਦੇ ਹੋਵੋ, ਉੱਥੇ ਤੁਸੀਂ ਬਾਜ਼ ਅੱਖ ਰੱਖਦੇ ਹੋਵੋ ਵੀ ਭਾਈ ਇਹਨਾਂ ਦੇ ਵਿੱਚੋਂ ਕਿਹਨੂੰ ਅਸੀਂ ਉਕਸਾ ਸਕਦੇ ਆ, ਤਾਂ ਉਸ ਵਕਤ ਫਿਰ ਗੱਲਬਾਤ ਦਾ ਮਾਹੌਲ ਕਿਵੇਂ ਬਣ ਸਕਦਾ? ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਵੀ ਕੁੰਡਲੀ ਬਾਰਡਰ ਦੇ ਉੱਤੇ ਜਿਹੜੀ ਪਿਛਲੀ ਸਟੇਜ ਆ, ਜਿਹੜੀ ਪੰਨੂ ਤੇ ਭੰਦੇਰ ਹੋਰਾਂ ਵਾਲੀ ਆ, ਉਹਦੇ ਕੋਲੇ ਆ ਕੇ ਇੱਕ ਬਹੁਤ ਉੱਚੀ ਆਵਾਜ਼ ਦੇ ਵਿੱਚ ਨਾ ਇੱਕ ਟਰਾਲੀ ਜੀ ਆ, ਟੈਂਪੂ ਜਾ, ਉਹਦੇ ਉੱਤੇ ਬੜੇ ਸਪੀਕਰ ਲੱਗੇ ਆ, ਉਹ ਕੋਈ ਆਪਦੀ ਅਨਾਉਂਸਮੈਂਟ ਕਰਨ ਲੱਗ ਪਿਆ। ਇੱਧਰ ਸਟੇਜ ਚੱਲਦੀ ਆ, ਬਰਾਬਰ ਉਹ ਆ ਕੇ ਖੜ ਗਿਆ, ਆਵਾਜ਼ਾਂ ਆਪਸ ਦੇ ਵਿੱਚ ਟਕਰਾ ਰਹੀਆਂ। ਮਤਲਬ ਇਹ ਆ ਵੀ ਕਿਸਾਨਾਂ ਨੂੰ ਉਕਸਾਈਏ। ਉਹਦਾ ਤਾਂ ਤੁਸੀਂ ਕਹਿੰਦੇ ਵੀ 1 ਕਿਲੋਮੀਟਰ ਪਿੱਛੇ ਪਾਣੀ ਵਾਲਾ ਟੈਂਕਰ ਖੜ ਜੇ, 1 ਕਿਲੋਮੀਟਰ ਪਿੱਛੇ ਤੁਸੀਂ ਮੀਡੀਆ ਦੀਆਂ ਗੱਡੀਆਂ ਖੜਾ ਲੈਨੇ ਆ, ਤੇ ਇਹ ਇੱਥੋਂ ਤੱਕ ਕਿਵੇਂ ਪਹੁੰਚ ਗਿਆ? ਇਹ ਜਾਣ ਬੁੱਝ ਕੇ ਉਕਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਸਹੀ।
ਹਰਮਨ ਜੀ, ਕਿਸਾਨ ਆਗੂਆਂ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਜੀ। ਉਹ ਕਹਿੰਦੇ ਵੀ 6 ਤਰੀਕ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਅਸੀਂ ਭਾਰਤ ਦਾ ਚੱਕਾ ਜਾਮ ਰੱਖਣਾ, ਕਿਉਂਕਿ ਕਿਸਾਨ ਦੀ ਮੰਗ ਮੰਨਦੀ ਨਹੀਂ ਸਰਕਾਰ, ਤੇ ਇਸ ਕਰਕੇ ਅਸੀਂ ਉਹਦੇ ਉੱਤੇ ਦਬਾਅ ਬਣਾਉਣਾ ਚਾਹੁੰਦੇ ਹਾਂ। ਜੀ ਬਿਲਕੁਲ, ਔਰ ਤੁਸੀਂ ਵੇਖੋ ਕਿ ਇਹਦੇ ਲਈ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸ਼ਾਂਤੀਪੂਰਵਕ ਇਹ ਸਾਰਾ ਕੁਝ ਕਰਾਂਗੇ। ਫਿਰ ਤੋਂ ਗੱਲਾਂ ਜਿਹੜੀਆਂ ਉਹ ਦੁਹਰਾਈਆਂ ਜਾ ਰਹੀਆਂ ਨੇ ਵੀ ਸਾਡੇ ਨਾਲ ਕੁਝ ਗਲਤ ਨਾ ਹੋਵੇ ਤੇ ਅਸੀਂ ਕਿਸੇ ਨਾਲ ਕੁਝ ਗਲਤ ਨਹੀਂ ਕਰਦੇ। ਦੇਖੋ ਟਾਣਾ ਸਾਹਿਬ, ਕਿੱਡੀ ਅਜੀਬ ਗੱਲ ਹੈ ਨਾ। ਮੈਂ ਕੱਲ ਇੱਕ ਸ਼ਖਸ ਦੇ ਮੂੰਹੋਂ ਸੁਣਿਆ, ਮੈਨੂੰ ਉਹਨਾਂ ਦੀ ਗੱਲ ਵੀ ਵਾਜਬ ਲੱਗੀ। ਉਹ ਕਹਿੰਦੇ ਵੀ ਤੁਸੀਂ ਕਹਿੰਦੇ ਹੋ ਨਾ ਵੀ ਕਿਸਾਨਾਂ ਨੇ ਬਹੁਤ ਨੁਕਸਾਨ ਕੀਤਾ ਜਨਤਕ ਜਾਇਦਾਦ ਦਾ, ਤੁਸੀਂ ਕਹਿੰਦੇ ਹੋ ਵੀ ਕਿਸਾਨਾਂ ਨੇ ਹੁਣ ਤੱਕ ਬਹੁਤ ਕੁਝ ਕਰ ਦਿੱਤਾ ਹਨਾ, ਪਰ ਫਿਰ ਤੁਹਾਨੂੰ ਇਹ ਚਾਹੀਦਾ ਵੀ ਜੇਕਰ ਇਹਨਾਂ ਨੇ ਇੰਨਾ ਨੁਕਸਾਨ ਕੀਤਾ, ਇਹਨਾਂ ਨੂੰ ਕੋਈ ਫਾਇਦਾ ਨਾ ਦਿਓ, ਬਿੱਲ ਪਾੜ ਕੇ ਸੁੱਟ ਦਿਓ, ਇਹਨਾਂ ਨੂੰ ਪਤਾ ਲੱਗੇ ਵੀ ਕਰੋੜਾਂ ਦਾ ਨੁਕਸਾਨ ਹੁੰਦਾ ਕਿਵੇਂ ਹੈ। ਵੀ ਆਮਦਨ ਦੁੱਗਣੀ ਕਰਨ ਦੇ ਲਈ ਬਿੱਲ ਲਿਆਂਦੇ ਆ, ਗੁੱਸੇ 'ਚ ਆ ਜਾਓ, ਐ ਮਾਰੋ ਚਲਾ ਕੇ, ਆ ਚੱਕ, ਅੱਜ ਤੋਂ ਬਾਅਦ ਤੁਹਾਡੀ ਆਮਦਨ ਦੁੱਗਣੀ ਨਹੀਂ ਕਰਨੀ। ਹਾਂ, ਜਿੰਨੀ ਸੀਗੀ ਉਨੀ 'ਚ ਹੀ ਤੁਸੀਂ ਗੁਜ਼ਾਰਾ ਕਰੋਗੇ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਆ ਵੀ ਲੰਮੇ ਪੈ ਕੇ ਸਰਕਾਰ ਕਹਿੰਦੀ ਨਾ ਆਮਦਨ ਦੁੱਗਣੀ ਕਰਨੀ ਆ, ਅਸੀਂ ਤਾਂ ਕਰਨੀ ਆ। ਹਾਂ, ਮਤਲਬ ਇੰਨਾ ਕਾਹਦਾ ਫਾਇਦਾ ਸੋਚ ਰਿਹਾ ਸਰਕਾਰਾਂ ਨੂੰ ਵੀ ਉਹ ਕਹਿੰਦੇ ਜੋ ਮਰਜ਼ੀ ਹੋ ਜਾਏ, ਲੋਕ ਭਾਵੇਂ ਧਰਨਿਆਂ ਤੇ ਬੈਠਣ, ਭਾਵੇਂ 4 ਮਹੀਨੇ ਸੜਕਾਂ ਦੇ ਉੱਪਰ ਕੱਟ ਦੇਣੋ, ਫਿਰ ਵੀ ਅਸੀਂ ਫਾਇਦਾ ਕੀਤੇ ਬਿਨਾਂ ਪਿੱਛੇ ਨਹੀਂ ਹੋਵਾਂਗੇ। ਹੱਦ ਹੁੰਦੀ ਹੈ। ਇੰਨੀ ਵਾਰ ਤਾਂ ਘਰ ਦੇ ਵਿੱਚ ਵੀ ਕਿਸੇ ਜੀ ਨੂੰ ਕਿਹਾ ਜਾਵੇ ਨਾ ਵੀ ਮੈਨੂੰ ਤੇਰੇ ਪੈਸੇ ਨਹੀਂ ਚਾਹੀਦੇ, ਮੈਨੂੰ ਤੇਰਾ ਕੋਈ ਫਾਇਦਾ ਨਹੀਂ ਚਾਹੀਦਾ, ਮੈਨੂੰ ਤੇਰਾ ਕੋਈ ਅਹਿਸਾਨ ਨਹੀਂ ਚਾਹੀਦਾ, ਉਹ ਵੀ ਕਹਿੰਦਾ ਉਹ ਛੱਡ ਪਰਾਂ, ਮੈਂ ਨਹੀਂ ਕਰਨਾ, ਆਪੇ ਜੋ ਮਰਜ਼ੀ ਕਰੀ ਜਾ, ਹਨਾ। ਤੇ ਅਗਲੀ ਵੱਡੀ ਗੱਲ ਇਹ ਆ ਵੀ ਉਹ ਕਿਸਾਨ ਕਿਤੇ ਵੀ ਨਹੀਂ ਹਾਲੇ ਤੱਕ ਲੱਭੇ ਜਿਹੜੇ ਕਿ ਇਸ ਕਾਨੂੰਨ ਦੇ ਫਾਇਦੇ 'ਚ ਖੜੇ ਆ। ਇਹ ਸਾਨੂੰ ਤੋਮਰ ਸਾਹਿਬ ਤੋਂ ਪਤਾ ਲੱਗਦਾ ਵੀ ਭਾਈ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਕਾਨੂੰਨ ਦੇ ਪੱਖ ਦੇ ਵਿੱਚ ਵੀ ਆ, ਪਰ ਉਹ ਲੱਭਦੇ ਨਹੀਂਗੇ, ਉਹ ਪਤਾ ਨਹੀਂ ਕਿੱਧਰ ਗਏ। ਨਹੀਂ ਲੈ ਟਾਣਾ ਸਾਹਿਬ, ਜੇ ਪੁਲਿਸ ਵਾਲੇ ਆਪਣੇ ਖੜੇ ਹੋ ਸਕਦੇ ਨੇ, ਜੇ ਮੀਡੀਆ ਕਰਮੀ ਆਪਣੇ ਖੜੇ ਹੋ ਸਕਦੇ ਨੇ, ਜੇ ਹੋਰ ਕਈ ਤਰ੍ਹਾਂ ਦੇ ਲੋਕ ਜਿਹੜੇ, ਜੇ ਪਿੰਡ ਵਾਲੇ ਲੋਕ ਜਿਹੜੇ ਕਹਿੰਦੇ ਸੀ ਵਿਰੋਧ ਕਰਨਾ ਹੈ, ਜੇ ਉਹ ਆਪਣੇ ਖੜੇ ਹੋ ਸਕਦੇ ਆ, ਤਾਂ ਕਿਸਾਨ ਵੀ ਕਰ ਦੇਣਗੇ ਅਗਲੇ। ਮੈਂ ਤਾਂ ਨਾ ਇੱਕ ਗੋਦੀ ਮੀਡੀਆ ਦੇ ਬਾਰੇ ਗੱਲ ਕਰਨੀ ਚਾਹੁੰਦਾ। ਵੇਸਵਾਵਾਂ ਨੂੰ ਅਸੀਂ ਮਾੜਾ ਕਹਿੰਦੇ ਆ, ਇਹਨਾਂ ਨਾਲੋਂ ਉਹ ਵੀ ਚੰਗੀਆਂ, ਉਹਨਾਂ ਦੇ ਬਾਰੇ ਪਤਾ ਤਾਂ ਹੈ ਨਾ, ਸ਼ਰੇਆਮ ਕਹਿੰਦੇ ਆ। ਬਿਲਕੁਲ ਸ਼ਰੇਆਮ ਕਹਿਣਗੇ ਵੀ ਭਾਈ ਅਸੀਂ ਇਸ ਕਿੱਤੇ ਨਾਲ, ਇਸ ਧੰਦੇ ਦੇ ਨਾਲ ਜੁੜੇ ਆ। ਇਹ ਲੋਕ ਬੁਰਕਾ ਪਾ ਕੇ ਮੀਡੀਏ ਦਾ ਚੌਥੇ ਥੰਮ ਦਾ ਵੀ ਅਸੀਂ ਮੀਡੀਏ ਵਾਲੇ ਆ, ਜੋ ਗੰਦ ਬਕਦੇ ਆ, ਜੋ ਬਕਵਾਸ ਕਰੀ ਜਾਂਦੇ ਤੜਕੇ ਤੋਂ ਲੈ ਕੇ ਆਥਣ ਤੱਕ, ਇਉਂ ਲੱਗਦਾ ਵੀ ਇਹ ਅਸਲ ਦੇ ਵਿੱਚ ਲੜਵਾਉਣਗੇ ਕਿਸਾਨਾਂ ਨੂੰ, ਇਹ ਅਸਲ ਦੇ ਵਿੱਚ ਮਰਵਾਉਣਗੇ ਕਿਸਾਨਾਂ ਨੂੰ। ਇੰਨੀ ਚਮਚੀ ਇੰਨਾ ਬਕਵਾਸ, ਹੱਦ ਹੋ ਗਈ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਦੀਆਂ ਜ਼ਮੀਰਾਂ ਨੂੰ ਕੀ ਹੋ ਗਿਆ। ਟਾਣਾ ਸਾਹਿਬ, ਜਦੋਂ ਸਵੇਰੇ ਕਿਤੇ ਥਾਲੀ 'ਚ ਪਿਆ ਹੋਇਆ ਫੁਲਕਾ ਵੇਖਦੇ ਹੋਣਗੇ, ਜਦੋਂ ਸਬਜ਼ੀ ਵੇਖਦੇ ਹੋਣਗੇ, ਚਾਹੇ ਬ੍ਰੈਡ ਹੀ ਵੇਖਦੇ ਹੋਣਗੇ, ਉਹ ਵੀ ਕਿਹੜਾ ਕਿਸੇ ਹੋਰ ਥਾਂ ਤੋਂ ਆਉਂਦੀ ਹੈ, ਉਹ ਵੀ ਕਿਸਾਨਾਂ ਦੀ ਮਿਹਨਤ ਦੇ ਨਾਲ ਹੀ ਅੰਨ ਜਿਹੜਾ ਪੈਦਾ ਹੁੰਦਾ, ਉਸ ਤੋਂ ਬਾਅਦ ਅੱਗੇ ਚੀਜ਼ਾਂ ਬਣਦੀਆਂ ਨੇ। ਜਦੋਂ ਇਹ ਉਹ ਸਾਰੀਆਂ ਚੀਜ਼ਾਂ ਆਪਣੀ ਥਾਲੀ ਦੇ ਵਿੱਚ ਵੇਖਦੇ ਹੋਣਗੇ ਤੇ ਇਹਨਾਂ ਦਾ ਜ਼ਮੀਰ ਇਹਨਾਂ ਨੂੰ ਲਾਂਤਾ ਨਹੀਂ ਪਾਉਂਦਾ ਹੋਏਗਾ ਵੀ ਅਸੀਂ ਇਹਨਾਂ ਦੇ ਬਾਰੇ ਹਰ ਰੋਜ਼ ਕੂੜ ਪ੍ਰਚਾਰ ਕਰਦੇ ਹਾਂ, ਜਿਨ੍ਹਾਂ ਨੇ ਪੈਦਾ ਕੀਤਾ ਅੰਨ, ਤੇ ਹੁਣ ਅਸੀਂ ਇਹਨੂੰ ਹੀ ਖਾਣ ਲੱਗੇ ਹਾਂ। ਭਾਰਤੀ ਮੀਡੀਏ ਦਾ, ਖਾਸ ਕਰਕੇ ਨੈਸ਼ਨਲ ਮੀਡੀਏ ਦਾ 90% ਹਿੱਸਾ ਜਿਹੜਾ ਉਹ ਜਿਹੜੀ ਬੋਲੀ ਬੋਲ ਰਿਹਾ ਇਸ ਵਕਤ, ਉਹਦੇ ਵਿੱਚ ਨਿਰਪੱਖਤਾ ਜਾਂ ਅਸਲ ਪੱਤਰਕਾਰਤਾ ਨਹੀਂ ਆ। ਆਪਾਂ ਕਹਿੰਦੇ ਹੁੰਦੇ ਪੀਲੀ ਪੱਤਰਕਾਰੀ ਆ, ਇਹ ਤਾਂ ਪਤਾ ਨਹੀਂ ਕਿਹੜੇ ਰੰਗ ਬਦਲ ਗਈ ਹੈ ਪੱਤਰਕਾਰੀ, ਤੇ ਪੀਲਾ ਰੰਗ ਵੀ ਬੜਾ ਫਿੱਕਾ ਪੈ ਗਿਆ ਹੁਣ ਤਾਂ। ਇਸ ਵਕਤ ਮੈਨੂੰ ਲੱਗਦਾ ਵੀ ਇੱਕ ਪਾਸੇ ਤਾਂ ਸਰਕਾਰ ਤੇ ਕਿਸਾਨਾਂ ਦੀ ਆਪਸ ਦੇ ਵਿੱਚ ਜੰਗ ਚੱਲ ਰਹੀ ਆ, ਦੂਜੇ ਪਾਸੇ ਗੋਦੀ ਮੀਡੀਆ ਤੇ ਪੰਜਾਬੀ ਮੀਡੀਆ ਦੀ ਵੀ ਜੰਗ ਚੱਲ ਰਹੀ ਆ ਵੀ ਕਿਹਦੇ ਉੱਤੇ ਵੱਧ ਲੋਕ ਅਮਲ ਕਰਦੇ। ਪਰ ਧੰਨਵਾਦੀਆਂ ਅਸੀਂ ਸੋਸ਼ਲ ਮੀਡੀਆ ਦੇ, ਧੰਨਵਾਦੀਆਂ ਪੰਜਾਬੀ ਜਾਂ ਹੋਰ ਹਿੰਦੀ ਮੀਡੀਆ ਦੇ, ਜਿਹੜੇ ਕਿ ਉੱਥੇ ਜਾ ਕੇ ਗਰਾਊਂਡ ਰਿਪੋਰਟ ਲੈ ਕੇ ਆਉਂਦੇ ਆ। ਇਹ ਜ਼ਰੂਰੀ ਨਹੀਂ ਹਰ ਗੱਲ ਉੱਥੋਂ ਦੀ ਚੰਗੀ ਕਹੀ ਜਾਵੇ, ਹਰ ਗੱਲ ਨੂੰ ਆਪਾਂ ਅੱਖਾਂ ਬੰਦ ਕਰਕੇ ਕਹੀਏ ਵੀ ਭਾਈ ਆ ਵੀ ਠੀਕ ਆ, ਆ ਵੀ ਠੀਕ ਆ। ਜੋ ਉੱਥੇ ਦਿਸਦਾ ਉਹਦੀ ਹਕੀਕਤ ਤਾਂ ਪੇਸ਼ ਕਰੋ, ਜੋ ਉੱਥੇ ਚੱਲਦਾ ਉਹਦੇ ਬਾਰੇ ਸੱਚ ਤਾਂ ਬਿਆਨ ਕਰੋ, ਗਲਤ ਨੂੰ ਗਲਤ ਕਹੋ, ਸਹੀ ਨੂੰ ਸਹੀ ਕਹੋ। ਬਿਲਕੁਲ ਸਹੀ। ਪਰ ਟਾਣਾ ਸਾਹਿਬ, ਜੰਗਾਂ ਹੋਰ ਵੀ ਕਈ ਚੱਲ ਰਹੀਆਂ ਨੇ ਜਿਹੜੇ ਨਿਰਪੱਖਤਾ ਦੇ ਨਾਲ ਸਾਰਾ ਕੁਝ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਪੁਲਿਸ ਤਾਂ ਉਹਨਾਂ ਨੂੰ ਵੀ ਚੱਕ ਲੈਂਦੀ ਹੈ। ਬਿਲਕੁਲ ਸਹੀ। ਜੱਜ ਦਾ ਵਿਚਾਰ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਆਉਣ ਦਿਓ ਜੀ। ਤੁਸੀਂ ਆਉਣ ਦਿਓ। ਨਹੀਂ ਤੁਸੀਂ ਦੱਸੋ। ਟਾਣਾ ਸਾਹਿਬ, ਜਦੋਂ ਆਪਾਂ ਨਿੱਕੇ ਹੁੰਦੇ ਸੀ, ਉਸ ਵੇਲੇ ਦਿਮਾਗ ਕਿੰਨਾ ਕੁ ਚੱਲਦਾ ਹੁੰਦਾ ਸੀ? ਦੇਖੋ ਵੀ ਗੱਲ ਇਹ ਆ ਵੀ ਨਿੱਕੇ ਤਾਂ ਸਾਰੇ ਹੀ ਹੁੰਦੇ ਆ ਜੀ, ਤੁਸੀਂ ਵੀ ਸੀ, ਕੋਈ ਮੰਨੇ ਨਾ ਮੰਨੇ ਉਹ ਵੀ ਸੀ, ਪਰ ਦਿਮਾਗ ਸਭ ਦਾ ਹੀ ਉਦੋਂ ਚੱਲਦਾ ਹੁੰਦਾ। ਮਤਲਬ 11 ਕੁ ਸਾਲ ਦੇ ਬੱਚੇ ਦਾ ਦਿਮਾਗ ਕਿੰਨਾ ਬੜਾ ਤਿੱਖਾ ਹੁੰਦਾ ਉਦੋਂ ਬੱਚਾ, ਵਿਰਲੇ ਟਾਮਿਆਂ ਨੂੰ ਛੱਡ ਕੇ, ਤੇ ਦਿਮਾਗ ਉਦੋਂ ਪੁੱਠਾ ਬੜਾ ਚੱਲਦਾ ਹੁੰਦਾ। ਦਿਮਾਗ ਉਦੋਂ ਇਉਂ ਹੁੰਦਾ ਵੀ ਜਿਹੜਾ ਪਾਪਾ ਬੇਬੇ ਆ ਨਾ, ਇਹ ਤਾਂ ਮੇਰੇ ਵੈਰੀ ਆ। ਉਦੋਂ ਇਉਂ ਲੱਗਦਾ ਹੁੰਦਾ ਵੀ ਇਹ ਮੈਨੂੰ ਹਰ ਗੱਲ ਤੇ ਟੋਕਦੇ ਆ, ਮੈਨੂੰ ਰੋਕਦੇ ਆ, ਮੈਨੂੰ ਸਮਝਾਉਂਦੇ ਹੀ ਰਹਿੰਦੇ ਆ। ਮੇਰੇ ਵਰਗਾ ਸਿਆਣਾ ਕੌਣ ਆ, ਮੇਰੇ ਵਰਗਾ ਚਤਰਾ ਕੌਣ ਆ। ਪਰ ਜਿਵੇਂ ਜਿਵੇਂ ਉਮਰ ਦੀਆਂ ਅਸੀਂ ਪੌੜੀਆਂ ਚੜ੍ਹਦੇ ਜਾਂਦੇ ਆ, ਉਵੇਂ ਉਵੇਂ ਸਾਨੂੰ ਅਹਿਸਾਸ ਹੁੰਦਾ ਵੀ ਬੇਬੇ ਬਾਪੂ ਸਾਡੇ ਗਲਤ ਨਹੀਂ ਸੀਗੇ, ਉਹ ਸਾਨੂੰ ਸਹੀ ਕਹਿੰਦੇ ਸੀ ਜੀ। ਔਰ ਉਦੋਂ ਜਿਹੜੀਆਂ ਗੱਲਾਂ ਬੇਬੇ ਬਾਪੂ ਨੇ ਕਹੀਆਂ ਹੁੰਦੀਆਂ ਨਾ, ਕਿ ਜਦੋਂ ਤੁਸੀਂ ਮਾਪਿਓ ਬਣੋਗੇ ਨਾ ਫਿਰ ਪਤਾ ਲੱਗੇਗਾ ਵੀ ਕਿਹੜੇ ਭਾਵ ਵਿਕਦੀ ਆ, ਉਹ ਗੱਲਾਂ ਫਿਰ ਬਾਅਦ ਚ ਸਮਝ ਆਉਂਦੀਆਂ ਕਿ ਵਾਕਈ ਉਹ ਸਹੀ ਸੀ। ਪਰ 11 ਸਾਲ ਦੀ ਉਮਰ ਦੇ ਵਿੱਚ ਨਾ ਜ਼ਿਆਦਾਤਰ ਬੱਚਿਆਂ ਦਾ ਦਿਮਾਗ ਇਲਤ ਵਾਲੇ ਪਾਸੇ ਨੂੰ ਚੱਲਦਾ ਹੁੰਦਾ। ਸਾਡਾ ਆਪਣਾ ਸੀਗਾ ਵੀ ਪਤੰਗ ਕਿਵੇਂ ਲੁੱਟਣੀ ਹੈ ਕਿਸੇ ਦੇ ਨਾਲ। ਪਤੰਗ ਤਾਂ ਨਹੀਂ ਮੈਂ ਕਦੇ ਲੁੱਟੀ ਸੀ, ਪਰ ਗੱਲ ਇਹ ਆ ਵੀ ਗੁੱਲੀ ਡੰਡਾ ਖੇਡਣ ਚ ਮੇਰਾ
ਮੁਕਾਬਲਾ ਹੀ ਕੋਈ ਨਹੀਂ ਸੀ। ਆ ਜਿਹੜੇ ਬੰਟੇ ਜਿਹਨੂੰ ਅਸੀਂ ਗੋਲੀਆਂ ਕਹਿੰਦੇ ਹੁੰਦੇ ਸੀ, ਉਹ ਖੇਡਣ ਦੇ ਵਿੱਚ ਮੇਰਾ ਮੁਕਾਬਲਾ ਹੀ ਕੋਈ ਨਹੀਂ ਸੀ। ਮੈਂ ਇੱਕ ਘੜਾ ਭਰਿਆ ਸੀ, ਤੌੜਾ ਭਰ ਲਿਆ ਸੀਗਾ, ਇਹ ਬੰਟੇ ਜਿੱਤ ਕੇ। ਅੱਛਾ, ਮੇਰੇ ਕੋਲ ਘੱਟੋ ਘੱਟ ਇੰਨੇ ਸੀਗੇ। ਅੱਛਾ ਜੀ। ਮੈਂ ਘਰੋਂ 5-7 ਲੈ ਕੇ ਜਾਂਦਾ ਸੀਗਾ ਤੇ ਮੈਂ ਜਿੱਤ ਕੇ ਤੇ ਆਉਂਦਾ ਸੀ। ਕਈ ਵਾਰ ਤਾਂ ਮੇਰੇ ਨਾਲ ਖੇਡਣ ਤੋਂ ਨਾ ਕਰ ਦਿੰਦੇ ਸੀ ਵੀ ਨਹੀਂ ਯਾਰ ਇਹ ਹਰਾ ਦਿੰਦਾ। ਹੋਰ ਤਾਂ ਮੈਂ ਮਾਰਚੂ ਜਾ ਸੀਗਾ। ਬਾਕੀ ਜਿਹੜੀਆਂ ਜੋਸ਼ੀਲੀਆਂ ਖੇਡਾਂ ਉਹਨਾਂ ਦੇ ਵਿੱਚ ਤਾਂ ਮੈਂ ਫਾੜੀ ਰਹਿ ਜਾਂਦਾ ਸੀ, ਪਰ ਜਿਹੜੀ ਗੁੱਲੀ ਡੰਡਾ ਖੇਡ ਤੇ ਮੈਂ ਇੱਕ ਕੀ ਹੁੰਦਾ ਉਹ ਕਿਹਨੂੰ ਕਹਿੰਦੇ ਆ ਵੀ ਬਾਂਦਰ ਕਿਲਾ, ਉਹਦੇ ਵਿੱਚ ਵੀ ਮੈਂ ਬੜਾ ਹੁਸ਼ਿਆਰ ਸੀ। ਵਾਹ, ਕਮਾਲ ਕਰ ਦਿੱਤੀ। ਤੇ ਉਹ ਤੋੜੇ ਦਾ ਬਾਅਦ ਚ ਕੀ ਹੋਇਆ ਸੀ ਉਹ ਵੀ ਦੱਸੋ। ਉਹ ਤੋੜਾ ਬਸ ਐ ਲੈ ਲੂ ਗਿਆ ਕੋਈ। ਚਲੋ ਖੈਰ, ਮੈਂ 11 ਸਾਲ ਦੇ ਉੱਪਰ ਤਾਂ ਜ਼ੋਰ ਦੇ ਰਹੀ ਹਾਂ ਕਿਉਂਕਿ ਇੱਕ ਬੱਚਾ ਹੈ ਲਿਵਜੋਤ ਸਿੰਘ ਅਰੋੜਾ, ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਬਈ। ਉਮਰ ਇਹਦੀ 11 ਸਾਲਾਂ ਦੀ ਹੈ ਪਰ ਕੰਮ ਇਹਦੇ ਕਮਾਲ ਦੇ ਨੇ। ਅੱਛਾ। ਟਾਣਾ ਸਾਹਿਬ ਬਿਨਾਂ ਪੈਨਸਲ ਬਿਨਾਂ ਪੇਪਰ ਦੇ 3 ਅੰਕਾਂ ਵਾਲੇ ਜਿਹੜੇ ਸ਼ਬਦ ਹੁੰਦੇ ਨੇ, ਜਿਵੇਂ 123 122 ਏਦਾਂ, ਹਨਾ, ਇਹਨਾਂ ਨੂੰ 3 ਅੰਕਾਂ ਵਾਲਿਆਂ ਨੂੰ ਫੱਟ ਗੁਣਾ ਕਰ ਦਿੰਦਾ ਮੂੰਹ ਜ਼ੁਬਾਨੀ। ਇਹ ਬਿਨਾਂ ਪੇਪਰ ਤੋਂ, ਬਿਨਾਂ ਪੈਨ ਤੋਂ ਸਾਡੇ ਤੋਂ 9ਵੀਂ ਕਲਾਸ ਤੱਕ ਅੰਬ ਹੀ ਨਹੀਂ ਸਿੱਧਾ ਹੋਇਆ। 6ਵੀਂ ਤੋਂ ਲੱਗੇ ਸਾਨੂੰ ਅੰਬ ਸਿੱਧਾ ਕਰਾਉਣ, ਸਾਥੋਂ ਐਂ ਜੇ ਨਹੀਂ ਬਣਿਆ ਉਹ। ਹਮੇਸ਼ਾ ਕਦੀ ਤਾਂ ਥੱਲੇ ਤਿੱਖਾ ਹੋ ਜਾਂਦਾ ਸੀ, ਕਦੀ ਉੱਤੋਂ ਮੋਟਾ ਹੋ ਜਾਂਦਾ ਸੀ। ਤੋਤਾ ਬਣਾਉਣ ਲਈ ਕਹਿੰਦੇ ਸੀ, ਮੈਂ ਘੁੱਗੀ ਬਣਾ ਦਿੰਦਾ ਸੀ। ਉਹਨਾਂ ਨੇ ਘੁੱਗੀ ਕਹਿਣਾ, ਮੈਂ ਕਾਂ ਬਣਾ ਦੇਣਾ। ਬਸ ਮੇਰੇ ਤੋਂ ਐਂ ਜੇ ਭਲੇਖਾ ਪਾਉ ਚੀਜ਼ਾਂ ਬਣ ਜਾਂਦੀਆਂ ਸੀ। ਤੁਸੀਂ ਵੇਖੋ, ਇਹ ਨਿਆਣਾ ਇੰਨਾ ਤੇਜ਼ ਹੈ ਕਿ ਇੱਕ ਮੋਬਾਈਲ ਨੰਬਰ ਇਹਦੇ ਮੂਹਰੇ ਬੋਲ ਦੋ, ਫਟ ਉਹਨੂੰ ਚੇਤੇ ਕਰਕੇ ਦੁਬਾਰਾ ਸੁਣਾ ਦਿੰਦਾ। ਅੱਛਾ। ਇੱਕੋ ਵਾਰ ਬੋਲਣ ਤੇ। ਔਰ ਜਦੋਂ ਇਹਦਾ ਟੈਸਟ ਕੀਤਾ ਗਿਆ, ਜਿਹੜਾ IQ ਹੁੰਦਾ ਨਾ, IQ ਲੈਵਲ, ਉਹਦਾ ਟੈਸਟ ਕੀਤਾ ਗਿਆ ਤੇ ਇਸ ਬੱਚੇ ਦੀ ਉਮਰ ਚਾਹੇ 11 ਸਾਲ ਹੈ ਪਰ ਇਹਦੀ ਸਮਝ 16 ਸਾਲ ਦੇ ਬੱਚੇ ਦੇ ਬਰਾਬਰ ਹੈ, ਜਿਹਦੇ ਕਰਕੇ ਇਹਨੂੰ 5ਵੀਂ ਤੋਂ ਸਿੱਧਾ 10ਵੀਂ ਚ ਕਰਨ ਲੱਗਿਆ। ਹੱਦ ਹੀ ਆ ਬਈ ਜੀ। ਹੁਣ 10ਵੀਂ ਦੇ ਪੇਪਰ ਦੇਗਾ ਮੁੰਡਾ। ਸਾਡੀ ਕਲਾਸ ਦੇ ਵਿੱਚ ਕਈ ਨਿਆਣੇ ਇਹੋ ਜਿਹੇ ਸੀਗੇ ਜਿਨ੍ਹਾਂ ਦਾ IQ ਲੈਵਲ ਦੇਖ ਕੇ ਪਿਛਲੀ ਕਲਾਸ ਚ ਕਰ ਦਿੰਦੇ ਸੀ ਇਹ 7ਵੀਂ ਦੇ ਲਾਇਕ ਨੇ, ਉਹਨੂੰ 6ਵੀਂ ਚ ਲੈ ਜਾਓ। ਔਰ ਜਿਹੜੇ IQ ਬਲੌਕ ਜੇ ਨਹੀਂ ਹੁੰਦੇ, ਉਹ ਜਿਹੜੇ ਨਿਆਣੇ ਅੰਕਲ, ਉਹ ਹਰੇ ਇੱਕ ਪਾਸੇ ਜੇ ਕਰਨੇ, ਲਾਲ ਗੁਲਾਬੀ ਇੱਕ ਪਾਸੇ ਕਰਨੇ, ਉਹ ਫੱਟ ਸੋਲਵ ਕਰ ਦਿੰਦਾ ਮੁੰਡਾ। ਅੱਛਾ। ਹਾਂ, ਮਤਲਬ ਮੈਂ ਤਾਂ ਹੈਰਾਨ ਆ, ਕੰਪਿਊਟਰ ਹੀ ਹੈ, ਸੁਦਾ ਕੰਪਿਊਟਰ। ਵਾਹ, ਏਦਾਂ ਦੇ ਵੀ ਬੱਚੇ ਹੁੰਦੇ ਨੇ। ਏਦਾਂ ਦੇ ਵੀ ਹੁੰਦੇ, ਵਰਲੇਟਾਵੇਂ ਹੁੰਦੇ ਆ ਜੀ। ਨਹੀਂ, ਪਰ ਅੱਜ ਕੱਲ ਬੱਚਿਆਂ ਦਾ ਵੀ ਸੌਫਟਵੇਅਰ ਅਪਡੇਟ ਹੋਇਆ ਹੈ। ਬੱਚੇ ਤਾਂ ਦੇਖੋ, ਇੱਕ ਗੱਲ ਤਾਂ ਹੈ ਵੀ ਮੋਬਾਈਲਾਂ ਦੇ ਮਾਮਲੇ 'ਚ ਬੜੇ ਤਿੱਖੇ ਆ ਨਿਆਣੇ, ਕਿਉਂਕਿ ਅਸੀਂ ਇਹ ਗੱਲ ਕਹਿੰਦੇ ਵੀ ਬੱਚਾ ਨਾ ਇਹ ਮੋਬਾਈਲ ਦੇ ਉੱਤੇ ਲੱਗਾ ਰਵੇ। ਉਹ ਕਿੱਥੇ ਐਡ ਸਕਿਪ ਜੀ ਕਰਨੀ ਆ, ਨਵਾਂ ਪ੍ਰੋਗਰਾਮ ਕਿਵੇਂ ਕੱਢ ਲੈਣਾ, ਵਿੱਚੋਂ ਕਿਹੜੀ ਚੀਜ਼ ਕੱਢਣੀ ਆ, ਕਿਹੜੀ ਚੀਜ਼ ਡਾਊਨਲੋਡ ਕਰਨੀ, ਸਕਿੰਟ ਹੀ ਲਾਉਂਦੇ ਆ ਸਭ ਕੁਝ। ਤੁਸੀਂ ਤਾਂ ਮਤਲਬ ਮੋਬਾਈਲ ਫੜਾ ਕੇ ਭੁੱਲ ਜਾਓ ਕਿ ਤੁਹਾਨੂੰ ਵਾਪਸ ਮਿਲੂਗਾ। ਜਦ ਤੱਕ ਸਾਰਾ ਪਿੱਛੇ ਜੇ ਆਪਾਂ ਖਬਰ ਨਹੀਂ ਸਾਂਝੀ ਕੀਤੀ ਸੀ ਕਿ ਇੱਕ ਬੱਚਾ, ਉਹ ਬਾਹਰਲੇ ਮੁਲਕਾਂ ਦਾ ਹੀ ਸੀ ਕਿਤੇ, ਉਸ ਬੱਚੇ ਨੇ ਆਪਣੀ ਮਾਂ ਦੇ ਮੋਬਾਈਲ ਤੋਂ ਪਤਾ ਨਹੀਂ ਕਿੰਨੇ ਲੱਖਾਂ ਦੀ ਉਹ ਸ਼ਾਪਿੰਗ ਕਰ ਦਿੱਤੀ। ਜਦੋਂ ਘਰੇ ਪਾਰਸਲ ਆਉਣੇ ਸ਼ੁਰੂ ਹੋਏ ਤਾਂ ਕਹਿੰਦੀ ਮੈਂ ਤਾਂ ਮੰਗਾਇਆ ਹੀ ਨਹੀਂ ਕੁਝ ਵੀ। ਫਿਰ ਉਹਨੇ ਆਪਣਾ ਫੋਨ ਚੈੱਕ ਕੀਤਾ, ਫਿਰ ਪਤਾ ਲੱਗਿਆ ਵੀ ਨਿਆਣਾ ਹੀ ਕਿਤੇ ਮੰਗਵਾਉਂਦਾ ਰਿਹਾ। ਮੁੜ ਕੇ ਉਹ ਵਿਚਾਰੀ ਮਿਹਨਤਾਂ ਕਰੇ ਕੰਪਨੀ ਵਾਲਿਆਂ ਨੂੰ, ਵਾਪਸ ਲੈ ਗਿਆ। ਹਾਂ, ਪੂਰੀ ਤਰ੍ਹਾਂ ਨਾਲ ਛਾ ਗਿਆ। ਵਾਹ। ਟਾਣਾ ਸਾਹਿਬ, ਹਾਂਜੀ, ਹੁਣ ਮੈਂ ਜਿਹੜੇ ਜਾਨਵਰ ਦੀ ਗੱਲ ਕਰਨੀ ਹੈ। ਕੀ? ਸ਼ੇਰ ਦੀ? ਤੁਹਾਡਾ ਪਸੰਦੀਦਾ ਜਾਨਵਰ? ਅੱਛਾ। ਬਹੁਤ ਪਿਆਰ ਆ ਤੁਹਾਡਾ ਉਸ ਜਾਨਵਰ ਨਾਲ। ਖਰਗੋਸ਼? ਹਾਏ, ਹੋਰ ਖਰਗੋਸ਼ ਨਾਲ? ਹੋਰ ਨਹੀਂ, ਮੇਰਾ ਬੜਾ ਤਾਂ ਪਿਆਰ ਖਰਗੋਸ਼ ਜੀ ਦੇ ਨਾਲ ਆ। ਅੱਛਾ। ਹਿਰਨ ਦੇ ਨਾਲ ਬੜਾ ਪਿਆਰ। ਅੱਛਾ। ਮੇਰਾ ਜੀ ਕਰਦਾ ਵੀ ਮੈਂ ਇਹ ਰੱਖਾਂ, ਪਰ ਹਿਰਨ ਰੱਖ ਨਹੀਂ ਸਕਦੇ। ਤੁਹਾਡੇ ਸ਼ੌਂਕ ਵੀ ਬੱਲੇ ਜੇ ਹੋਈ ਜਾਂਦੇ ਆ। ਮਨ ਦੇ ਬਲਬਲੇ ਆ। ਅੱਛਾ। ਬਾਅਦ ਚ ਪਤਾ ਲੱਗੇ ਵੀ ਸਲਮਾਨ ਖਾਨ ਵਾਲਾ ਸਾਰਾ ਚੱਕਰ ਮੈਨੂੰ ਪੈ ਗਿਆ। ਨਹੀਂ, ਉਹ ਤਾਂ ਚਲੋ ਕਾਲਾ ਹਿਰਨ ਸੀ, ਪਰ ਗੱਲ ਇਹ ਹੈ ਵੀ ਤੁਹਾਡਾ, ਉਹ ਭਰਾਵਾ ਜਦੋਂ ਕਿਸਮਤ ਮਾੜੀ ਹੋਵੇ ਚਿੱਟਾ ਹੀ ਕਾਲਾ ਬਣ ਜਾਂਦਾ। ਇਹ ਵੀ ਗੱਲ ਸਹੀ ਹੈ। ਬਾਅਦ ਚ ਪਤਾ ਲੱਗਿਆ ਨਵਾਉਣ ਤੋਂ ਹੀ ਰਹਿ ਗਏ ਸੀ। ਇਹ ਵੀ ਗੱਲ ਸਹੀ ਹੈ, ਪਰ ਤੁਹਾਡਾ ਸਭ ਤੋਂ ਮਨਪਸੰਦ ਜਾਨਵਰ, ਜਿਹਦੇ ਮਤਲਬ ਜਦੋਂ ਮੈਂ ਉਹਦੀ ਗੱਲ ਕਰੂੰਗੀ ਨਾ ਤੁਸੀਂ ਖੇਡ ਹੀ ਜਾਣਾ। ਹਾਂ, ਕੀ ਗੱਲ ਕੀਤੀ? ਕਹੋ ਇੱਕ ਵਾਰੀ। ਕੁੱਤਾ। ਕੀ ਹੋਇਆ? ਕੁਛ ਨਹੀਂ ਹੋਇਆ, ਬਹੁਤ ਵਧੀਆ, ਬਹੁਤ ਵਧੀਆ। ਟਾਣਾ ਸਾਹਿਬ ਖੁੱਲ ਕੇ ਹੱਸੋ। ਨਹੀਂ, ਠੀਕ ਆ। ਤੁਹਾਨੂੰ ਪਤਾ ਮੈਂ ਨਵਾਂ ਪੱਪੀ ਰੱਖਿਆ ਹੁਣ ਘਰੇ। ਅੱਛਾ। ਹਾਂ, ਬੜਾ ਹੀ ਪਿਆਰਾ ਹੈ। ਵਾਹ। ਪਰ ਮੈਂ ਕੁੱਤੇ ਦੀ ਗੱਲ ਕਿਉਂ ਕਰਨ ਲੱਗੀ ਆ? ਕੁੱਤੇ ਤੇ ਰਿਸਰਚ ਹੋਈ ਹੈ ਟਾਣਾ ਸਾਹਿਬ। ਕੁੱਤੇ ਤੇ ਖੋਜ ਹੋ ਗਈ। ਹਾਂ, ਇਹ ਨਾ ਵਾਸ਼ਿੰਗਟਨ ਦੇ ਵਿੱਚ ਬੁਡਾਪੈਸਟ ਯੂਨੀਵਰਸਿਟੀ ਆ ਜਿਹੜੀ, ਉੱਥੇ ਕਹਿੰਦੇ ਕਿ ਰਿਸਰਚ ਕੀਤੀ ਗਈ ਹੈ, ਖੋਜ ਕੀਤੀ ਗਈ ਹੈ। ਉਹਦੇ ਚ ਉਹਨਾਂ ਨੇ ਦਾਅਵਾ ਕੀਤਾ ਕਿ ਜਿਹੜੇ ਕੁੱਤੇ ਨੇ ਨਾ, ਉਹ ਨਵੇਂ ਸ਼ਬਦ ਸਿੱਖਦੇ ਨੇ। ਤੁਸੀਂ ਕੁੱਤੇ ਮੋਰੇ ਕੋਈ ਵੀ ਸ਼ਬਦ ਜਿਹੜਾ ਉਹ 4 ਵਾਰ ਬੋਲੋ ਤੇ ਉਹ ਨਵਾਂ ਸ਼ਬਦ ਸਿੱਖ ਲੈਂਦਾ। ਬਿਲਕੁਲ ਝੂਠ। ਸਾਡੇ ਮਹੱਲੇ ਵਾਲੇ ਕਿਸੇ ਕੁੱਤੇ ਤੇ ਗੱਲ ਲਾਗੂ ਨਹੀਂ ਹੁੰਦੀ। ਕਿਉਂ? ਮੈਂ ਦਿਨ ਚ 50 ਵਾਰੀ ਕਹਿੰਦਾ ਡਲਾ ਮਾਰੂ, ਉਹ ਸਿੱਖਦੇ ਹੀ ਨਹੀਂ ਕੁਛ।
ਉਹ ਥੋੜੀ ਹੁਣ ਡਲਾ ਮਾਰੂ ਸਿੱਖਣਗੇ। ਤੇ ਹੁਣ ਮੈਂ ਡਲੇ ਨੂੰ ਕੀ ਕਹਾਂ, ਆਲੂ ਮਾਰੂ, ਨਹੀਂ ਭਿੰਡੀ ਮਾਰੂ, ਭਿੰਡੀ ਤੇਰੇ। ਨਹੀਂ, ਇਹ ਅਸਲ ਦੇ ਵਿੱਚ ਨਾ ਉਹਨਾਂ ਨੇ ਰਿਸਰਚ ਖੋਜ ਕਿਵੇਂ ਕੀਤੀ ਹੈ, ਉਹਨਾਂ ਨੇ ਨਾ ਜਿਵੇਂ 8 ਖਿਡੌਣੇ ਲੈ ਲਏ, ਉਹਦੇ ਵਿੱਚੋਂ 7 ਖਿਡੌਣਿਆਂ ਦਾ ਨਾਂ ਕੁੱਤੇ ਨੂੰ ਪਤਾ ਸੀ। ਜਦੋਂ ਮਾਲਕ ਨਾਂ ਲੈਂਦਾ ਸੀ ਵੀ ਫਲਾਣਾ ਖਿਡੌਣਾ, ਉਹ ਪੈਰ ਲਾ ਕੇ ਦੱਸਦਾ ਸੀ, ਹਨਾ, ਹਾਂ, ਫਿਰ ਪੈਰ ਲਾ ਦੱਸਦਾ ਸੀ, ਹਨਾ। ਤੇ ਜਦੋਂ 8ਵਾਂ ਸੀ, 8ਵੇਂ ਦਾ ਨਾਂ ਉਹਨੂੰ ਨਹੀਂ ਸੀ ਪਤਾ, ਤੇ ਉਹਨੇ ਜਦੋਂ 8ਵੇਂ ਜਿਹੜਾ ਖਿਡੌਣਾ ਉਹਦਾ ਨਾਂ ਲਿਆ, ਤੇ ਉਹਨੂੰ ਪਤਾ ਲੱਗ ਗਿਆ ਕੁੱਤੇ ਨੂੰ ਵੀ ਜੇ 7 ਦੇ ਨਾਮ ਮੈਨੂੰ ਪਤਾ ਆ ਤੇ ਇਹਦਾ ਹੀ ਨਾਮ ਮੈਨੂੰ ਨਹੀਂ ਪਤਾ, ਤੇ ਇਹਦਾ ਮਤਲਬ ਆਹੀ ਉਹ ਖਿਡੌਣਾ ਹੋਊਗਾ ਜਿਹਦਾ ਨਾਮ ਮੇਰਾ ਮਾਲਕ ਲੈ ਰਿਹਾ ਹੈ। ਸੋ ਇੱਥੋਂ ਉਹਨਾਂ ਨੂੰ ਪਤਾ ਲੱਗਿਆ। ਵਾਹ ਜੀ, ਕਮਾਲ ਕਰਤੀ, ਕਿੰਨੀ ਕਮਾਲ ਆ। ਤੁਸੀਂ ਵੇਖੋ ਇਹ ਨਾ ਅਸਲ ਦੇ ਵਿੱਚ ਹਾਂ ਲੱਗੇ ਰਹੋ, ਤੁਸੀਂ ਜੋ ਕਰੋ ਸਿਫਤਾਂ, ਜੋ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਹੋ। ਮੈਂ ਕੀ ਕਹਿਣਾ ਦੱਸੋ, ਮੈਨੂੰ ਤਾਂ ਇਹ ਹੈ ਵੀ ਸਾਡੇ ਮਹੱਲੇ ਦੇ ਕੁੱਤੇ ਸਾਰੇ ਕੋਈ ਚੱਕ ਕੇ ਲੈ ਜੇ। ਅੱਛਾ, ਗਿਫਟ ਦਿੱਤੇ, ਤੋਹਫਾ ਦਿੱਤਾ, ਪਿੱਛੇ ਜੇ ਲੈ ਕੇ ਤਾਂ ਗਿਆ ਸੀ, ਫੇਰ ਆ ਗਏ, ਪਤਾ ਨਹੀਂ ਕਿੱਥੋਂ ਆ ਗਏ ਆ। ਓਏ ਹੋਏ, ਮੈਨੂੰ ਦੇਖੋ ਕੁੱਤਿਆਂ ਦੇ ਨਾਲ ਕੋਈ ਸਮੱਸਿਆ ਨਹੀਂ ਗੀ, ਪਰ ਜਦੋਂ ਕੁੱਤਾ ਮੋਟਰਸਾਈਕਲ ਦੇ ਮਗਰ ਭੱਜਦਾ ਜਾਂ ਜਦੋਂ ਮੋਟਰਸਾਈਕਲ ਤੇ ਜਾਂਦੇ ਆ ਤੇ ਐਨ ਵਿਚਾਲੇ ਆ ਜਾਂਦਾ ਤੇ ਬੰਦੇ ਦੇ ਐਕਸੀਡੈਂਟ ਦਾ ਕਾਰਨ ਬਣ ਜਾਂਦਾ। 2-3 ਵਾਰ ਮੈਂ ਕੁੱਤੇ ਦੇ ਕਰਕੇ ਡਿੱਗਿਆ ਵੀ ਆ। ਜਦੋਂ ਤੁਸੀਂ ਘਰੇ ਸੌਣ ਲੱਗੇ ਹੋ ਤੇ ਆ ਕੇ ਉਹ ਰਾਗੜੀਆਂ ਕੱਢਣ ਲੱਗ ਜਾਣ ਤੇ ਬੰਦੇ ਦਾ ਕਸੂਰ ਕੀ ਆ ਜੀ? ਰੋਟੀ ਪਾਓ, ਹਾਂ, ਚਾਹ ਪਾਣੀ ਪਿਆਓ ਉਹਨਾਂ ਨੂੰ, ਬਿਲਕੁਲ ਠੀਕ ਆ। ਅੱਛਾ, ਤੇ ਫਿਰ ਜਾਨਵਰ ਤੇ ਇਨਸਾਨ ਚ ਫਰਕ ਕੀ ਹੋਏਗਾ? ਨਹੀਂ, ਪਰ ਉਹਨਾਂ ਨੂੰ ਹੁਣ ਮੈਂ ਕਹਾਂ ਵੀ ਆ ਜਿਹੜੇ 4 ਵਾਰੀ ਕਹੇ ਤੋਂ ਸਿੱਖ ਜਾਂਦੇ ਆ, ਇਹ ਬਿਲਕੁਲ ਝੂਠ ਆ। ਨਹੀਂ, ਸੱਚੀ ਸਿੱਖ ਜਾਂਦੇ ਆ ਟਾਣਾ ਸਾਹਿਬ। ਅੱਜ ਕੱਲ ਮੈਂ ਆਪਣੇ ਪਾਪੀ ਨੂੰ ਕਹਿੰਦੀ ਸਿਟ ਜਾਂ ਬੈਠ ਜਾ, ਤੇ ਉਹ ਬਹਿ ਜਾਂਦਾ। ਅੱਛਾ, ਹਾਂ, ਇਹ ਸਿਖਾਉਣੇ ਪੈਂਦੇ ਆ ਨਾ। ਜਦੋਂ ਕਹਿੰਦੇ ਨੋ ਬਾਰਕਿੰਗ, ਫਿਰ ਉਹ ਭੌਂਕਦਾ ਨਹੀਂ? ਨਹੀਂ, ਉਹਨੂੰ ਜਦੋਂ ਰੋਕ ਦੋ ਕਿ ਰੈਂਬੋ ਨੋ, ਫਿਰ ਉਹ ਨਹੀਂ ਬੋਲਦਾ। ਉਹ ਥੋੜਾ ਭਲਾ ਹੋ ਜਾਏ। ਇੱਕ ਤਾਂ ਨਾਂ ਰੈਂਬੋ ਰੱਖਿਆ, ਸਾਰਾ ਹਾਲੀਵੁੱਡ ਸੰਸਾਰ ਭਰ ਚ ਆਇਆ ਫਿਰਦਾ। ਜੱਜ ਦਾ ਵਿਚਾਰ। ਟਾਣਾ ਸਾਹਿਬ, ਸੱਚ ਮੈਂ ਤਾਂ ਤੁਹਾਨੂੰ ਵਧਾਈਆਂ ਦੇਣਾ ਭੁੱਲ ਗਈ। ਕਿਹੜੀ ਗੱਲ ਦੀਆਂ? ਤੁਹਾਨੂੰ ਲੋਲੀਪੌਪ ਸਵਾਦ ਨਹੀਂ ਲੱਗਿਆ? ਮੈਂ ਕਦੋਂ ਖਾਦਾ? ਕਿੰਨਾ ਵੱਡਾ ਸਾਰਾ ਲੋਲੀਪੌਪ ਮਿਲਿਆ ਕੱਲ। ਮੈਂ ਨਹੀਂ ਖਾਦਾ ਨਾ, ਮੈਂ ਦੇਖਿਆ। ਤੁਸੀਂ ਚਾਹੇ ਖਾਦਾ ਹੋਵੇ ਚਾਹੇ ਨਾ ਖਾਦਾ ਹੋਵੇ, ਅਗਲਿਆਂ ਨੇ ਦਿੱਤਾ। ਅੱਛਾ, ਕੱਲੇ ਬੰਦੇ ਨੂੰ ਦਿੱਤਾ। ਇਹਦੇ ਵਿੱਚ ਕੋਈ ਕਾਣੀ ਵੰਡ ਨਹੀਂ ਹੋਈ। ਨਹੀਂ ਹੈ ਕੀ, ਬਜਟ ਨਹੀਂ ਪੇਸ਼ ਹੋਇਆ। ਉਹ ਐ ਸਿੱਧਾ ਕਹੋ ਕਾ ਹੋਰ ਹੀ ਆਲੇ ਦੁਆਲੇ ਗੱਲਾਂ ਘੁਮਾ ਘੁਮੂ ਕੇ ਲੋਲੀਪੌਪ ਮਿਲਿਆ ਕਿ ਨਹੀਂ, ਬੜਾ ਵੱਡਾ ਸੀ ਲੋਲੀਪੌਪ, ਆਏ ਸੀ। ਸਹੀ ਦੱਸੋ, ਲੋਲੀਪੌਪ ਸੀ ਕਿ ਨਹੀਂ? ਜੇ ਤਾਂ ਵੇਖੀਏ ਉਹਨੂੰ ਤਾਂ ਮਹਿਸੂਸ ਕਰਨ ਵਾਲੀ ਗੱਲ ਹੈ ਤੇ ਸਮਝਣ ਵਾਲੀ ਗੱਲ ਹੈ, ਫਿਰ ਤਾਂ ਉਹ ਹੈਗਾ ਜੀ। ਕਿਉਂਕਿ ਐਂ ਲੱਗਦਾ ਵੀ ਮਿੱਠੀਆਂ ਗੋਲੀਆਂ ਦਿੱਤੀਆਂ, ਆਪਾਂ ਕਹਿ ਸਕਦੇ ਵੀ ਲੱਕੜ ਦਾ ਮੁੰਡਾ ਦਿੱਤਾ, ਪਰ ਜਿਹੜੀ ਅਸਲੀਅਤ ਆ ਉਹ ਬਿਲਕੁਲ ਸਖਣੀ ਆ। ਉਹਦਾ ਕਾਰਨ ਕੀ ਆ ਵੀ ਅਸਲੀਅਤ ਦੇ ਵਿੱਚ ਤਾਂ ਬਹੁਤ ਸਾਰੀਆਂ ਸਾਡੀਆਂ ਲੋੜਾਂ ਤੇ ਉਹਨਾਂ ਦੇ ਵੱਲ ਧਿਆਨ ਕੇਂਦਰਿਤ ਕਰਨ ਦੀ ਥਾਂ ਦੇ ਉੱਤੇ ਬਸ ਜੋ ਜੀ ਕੀਤਾ ਉਵੇਂ ਜਿਹਾ ਬਣਾਤਾ। ਬਜਟ ਦੇ ਬਾਰੇ ਨਾ ਮੇਰਾ ਮੋਟਾ ਜਿਹਾ ਫਾਰਮੂਲਾ ਜੀ, ਬਿਲਕੁਲ ਸਿੱਧਾ ਜਿਹਾ ਸੌਦਾ ਵੀ ਇਹ ਕਿਵੇਂ ਹੁੰਦਾ ਵੀ ਚਾਹ ਪੱਤੀ ਮਾੜੀ ਜੀ ਸਸਤੀ ਕਰ ਦਿਓ ਤਾਂ ਖੰਡ ਕਰ ਦਿਓ ਮਹਿੰਗੀ ਜੀ, ਸਾਈਕਲ ਕਰ ਦਿਓ ਬੜਾ ਜਿਹਾ ਸਸਤਾ ਤੇ ਟਾਇਰ ਕਰ ਦਿਓ ਮਹਿੰਗਾ, ਇਧਰ ਡੀਜ਼ਲ ਤੇ ਪੈਟਰੋਲ ਦੀ ਕੀਮਤ 'ਚ ਵਾਧਾ ਕਰ ਦਿਓ ਤੇ ਕਾਰ ਮਾੜੀ ਜੀ ਸਸਤੀ ਕਰ ਦਿਓ। ਇਹ ਬਿਲਕੁਲ ਐ ਹੁੰਦਾ, ਪੀੜੀ ਸਸਤੀ ਕਰ ਦਿਓ, ਮੰਜਾ ਮਹਿੰਗਾ ਕਰ ਦਿਓ, ਕੁਰਸੀ ਸਸਤੀ ਕਰ ਦਿਓ, ਮੇਜ਼ ਮਹਿੰਗਾ ਕਰ ਦਿਓ। ਇਹ ਏਦਾਂ ਦਾ ਬਜਟ ਹੁੰਦਾ ਤੇ ਏਦਾਂ ਦਾ ਹੀ ਹੁਣ ਹੈਗਾ। ਮਤਲਬ ਮੁੜ ਧੜ ਕੇ ਬੋੜ ਥੱਲੇ ਵਾਲੀ ਗੱਲ, ਖੋਤੀ ਉੱਥੇ ਹੀ ਰਹਿਣੀ ਹੈ, ਖੋਤੀ ਉੱਥੇ ਹੀ ਰਹਿਣੀ ਹੈ। ਸੋ ਗੱਲ ਇਹ ਹੈ ਕਿ ਇਸ ਵਾਰ ਵੀ ਕਹਿੰਦੇ ਆ ਕਿ ਉਹਨਾਂ ਨੇ ਤਾਂ ਆਪਣੇ ਵੱਲੋਂ ਕਿਹਾ ਵੀ ਅਸੀਂ ਬਹੁਤ ਜ਼ਿਆਦਾ ਲੋਕਾਂ ਦਾ ਧਿਆਨ ਦੇ ਵਿੱਚ ਰੱਖ ਕੇ, ਲੋਕਾਂ ਦੇ ਮਸਲੇ ਧਿਆਨ 'ਚ ਰੱਖ ਕੇ ਤੇ ਸਾਰਾ ਕੁਝ ਅਸੀਂ ਜਿਹੜਾ ਉਸ ਮੁਤਾਬਕ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੜਾ ਤਕੜਾ ਹੱਲ ਕੀਤਾ, ਕਿਸਾਨੀ ਦਾ ਬਜਟ ਘਟਾਤਾ ਥੋੜਾ ਜਿਹਾ ਜੀ। ਔਰ ਪੈਟਰੋਲ ਤੇ ਡੀਜ਼ਲ ਹੁਣ ਕੁਝ ਰੁਪਏ ਮਹਿੰਗੇ ਹੋ ਜਾਣਗੇ ਕਿਉਂਕਿ ਕਿਹਾ ਜਾ ਰਿਹਾ ਕਿ ਉਹਦੇ ਉੱਤੇ ਕ੍ਰਿਸ਼ੀ ਸੈਸ ਯਾਨੀ ਕਿ ਖੇਤੀਬਾੜੀ ਸੈਸ ਉਹ ਉਹਦੇ ਉੱਤੇ ਲਗਾ ਦਿੱਤਾ, ਪਰ ਕਹਿੰਦੇ ਆਮ ਲੋਕਾਂ ਦੇ ਉੱਪਰ ਇਹਦਾ ਕੋਈ ਅਸਰ ਨਹੀਂ ਹੋਊਗਾ ਕਿਉਂਕਿ ਜਿਹੜੀ ਉਹਦੇ ਉੱਤੇ ਡਿਊਟੀ ਹੈ ਉਹ ਅਸੀਂ ਘਟਾ ਦਿਆਂਗੇ ਤੇ ਮਤਲਬ ਮੁੜ ਧੜ ਕੇ ਫੇਰ ਬੜਾ ਤਕੜਾ ਫੈਸਲਾ ਕੀਤਾ। ਇੱਕ ਤਾਂ ਬੜਾ ਤਕੜਾ ਕਹਿੰਦੇ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਮਦਨ ਕਰ ਨਹੀਂ ਭਰਨਾ ਪਊਗਾ ਤੇ 75 ਸਾਲ ਤੋਂ ਵੱਧ ਉਮਰ ਜਿਹੜੀ ਹੋਵੇ ਤੇ ਉਹਨੂੰ ਤਾਂ ਖਰਚ ਕਰਨੇ ਪੈਂਦੇ, ਆਮਦਨ ਰਹਿੰਦੀ ਕਿੱਥੇ ਆ? ਗੱਲ ਸਹੀ ਹੈ, ਮੈਨੂੰ ਵੀ ਨਹੀਂ ਇਹ ਸਮਝ ਆਇਆ। ਤੇ ਬਾਕੀ ਕਹਿੰਦੇ ਕਿ ਜੋ ਇਨਕਮ ਟੈਕਸ ਦੀਆਂ ਸਲੈਬਸ ਪਹਿਲਾਂ ਸੀ ਉਹੀ ਰਹਿਣਗੀਆਂ, ਉਹਦੇ 'ਚ ਅਸੀਂ ਕੋਈ ਵੀ ਫਰਕ ਨਹੀਂ ਕੀਤਾ। ਤੇ ਹਾਂ ਸੱਚ ਇੱਕ ਹੋਰ ਬਹੁਤ ਤਗੜਾ ਫੈਸਲਾ, ਚਾਹੇ ਕਹਿੰਦੇ ਤੁਹਾਡਾ ਬੈਂਕ ਦੇ ਵਿੱਚ ਹੋਵੇ 10 ਕਰੋੜ, ਚਾਹੇ ਤੁਹਾਡੀ ਵਾਈਟ ਮਨੀ ਜਿਹੜੀ ਉਹ ਹੋਵੇ 2 ਕਰੋੜ, ਭਾਵੇਂ ਜਿੰਨੀ ਮਰਜ਼ੀ ਹੋਵੇ 5 ਲੱਖ ਸੁਰੱਖਿਅਤ ਰਹੂਗਾ ਜੇ ਬੈਂਕ ਡੁੱਬ ਜਾਂਦੀ ਹੈ। ਇਹਦਾ ਮਤਲਬ ਇਹ ਵੀ ਹੋਣਾ ਚਾਹੀਦਾ ਵੀ ਜੇ ਕਿਸੇ ਕਿਸਾਨ ਨੇ 10 ਲੱਖ ਰੁਪਇਆ ਲਿਆ ਬੈਂਕ ਤੋਂ, ਕਿਸੇ ਨੇ ਲਿਆ 20 ਲੱਖ ਰੁਪਇਆ ਬੈਂਕ ਤੋਂ, ਜੇ ਬੈਂਕ ਡੁੱਬ ਗਈ ਉਹਦੇ ਕੋਲੋਂ 5 ਲੱਖ ਹੀ ਵਾਪਸ ਲੈਣਾ। ਬਿਲਕੁਲ ਸਹੀ। ਫਿਰ ਇਧਰਲੇ ਪਾਸੇ ਆ ਜਾਓ ਨਾ, ਉਧਰ ਨਹੀਂ ਆਉਂਦੇ। ਉਹ ਕਹਿੰਦੇ ਵੀ ਲੈ ਮਤਲਬ ਹੁਣ ਕਿੰਨਾ ਕੁ ਲੋਕਾਂ ਬਾਰੇ ਸੋਚਿਆ, ਅਸੀਂ ਆਪਣੇ ਬਾਰੇ ਨਹੀਂ ਸੋਚਣਾ, ਅਸੀਂ ਮਤਲਬ ਇੰਨਾ ਕੁਝ ਲੋਕਾਂ ਦਾ ਨਾਂ ਲੈ ਲੈ ਕੇ ਲਿਖ ਦਿੱਤਾ, ਹੁਣ ਅਸੀਂ ਆਪਣੇ ਬਾਰੇ ਸੋਚਾਂਗੇ, ਇਸ ਲਈ ਇਦਾਂ ਦੀਆਂ ਗੱਲਾਂ ਨਹੀਂ ਕਰਦੇ। ਸਾਡਾ ਨਾ ਇੱਕ ਜਾਣਕਾਰ ਆ, ਉਹ ਇੱਕ ਸੱਤਾਧਾਰੀ ਧਿਰ ਦਾ ਬੜਾ ਤਕੜਾ ਭਗਤ ਆ, ਇੰਨਾ ਕੁ ਜਨੂਨੀ ਆ ਵੀ ਪੁੱਛੋ ਹੀ ਕੁਛ ਨਾ। ਉਹ ਮੈਨੂੰ ਨਾ ਫੋਨ ਕਰਕੇ ਕਹਿੰਦਾ ਜੀ ਦੇਖੋ ਕਮਾਲ ਹੋਈ ਪਈ ਆ, ਵਿਕਾਸ ਤਾਂ ਲਹਿਰਾਂ ਬਹਿ ਰਹੀਆਂ। ਮੈਂ ਇਹਨੂੰ ਕਿਹਾ ਯਾਰ ਮੈਨੂੰ ਨਾ ਕੱਲ ਨੂੰ 20 ਲੀਟਰ ਪੈਟਰੋਲ ਹੀ ਮੰਗਵਾ ਦੇ। ਅੱਛਾ। ਕਹਿੰਦਾ ਕਿਉਂ? ਮੈਂ ਕਿਹਾ ਯਾਰ ਤੈਨੂੰ ਤਾਂ 15-20 ਰੁਪਏ ਲੀਟਰ ਮਿਲਦਾ ਹੋਊਗਾ, ਮੈਨੂੰ ਤਾਂ 80-85 ਰੁਪਏ ਲੀਟਰ ਮਿਲਦਾ। ਕਹਿੰਦਾ ਲੈ ਮੈਨੂੰ ਵੀ ਤਾਂ ਉਹੀ ਭਾ। ਤੇ ਮੈਂ ਕਿਹਾ ਫਿਰ ਜੇ ਤੂੰ ਮੇਰੇ ਵਰਗਾ
ਤਾਂ ਫਿਰ ਨਾਰੇ ਉਹਨਾਂ ਦੇ ਹੱਕ 'ਚ ਕਿਉਂ ਲਾਉਣਾ ਹੁੰਦਾ? ਫਿਰ ਕਮਾਲ ਜੇ ਕਿਹੜੀ ਤੇਰੀ ਹੋਈ? ਚੀਕ ਨਿਕਲੀ ਪਈ ਆ ਜੀ। ਤਾਂ ਫਿਰ ਤੂੰ ਵੀ ਸੱਚੀ ਗੱਲ ਕਰ। ਮੈਂ ਕਿਹਾ ਯਾਰ ਜਾਂ ਐ ਕਰ, ਮੈਨੂੰ 2 ਸਿਲੰਡਰ ਹੀ ਮੰਗਵਾ ਦੇ। ਅੱਛਾ ਜੀ। ਮੈਂ ਕਿਹਾ ਤੈਨੂੰ ਤਾਂ 150-200 ਰੁਪਏ 'ਚ ਪੈਂਦਾ ਹੋਊਗਾ, ਮੈਨੂੰ ਤਾਂ 800-900 ਰੁਪਏ 'ਚ ਪੈਂਦਾ। ਕਹਿੰਦਾ ਸਾਨੂੰ ਵੀ ਭਰਾਵਾ 800-900 'ਚ ਹੀ ਪੈਂਦਾ, ਬਲੈਕ ਦੇ ਵਿੱਚ 1200-1300 'ਚ ਮਿਲਦਾ। ਤੇ ਮੈਂ ਕਿਹਾ ਫਿਰ ਤੂੰ ਯਬਲੀ ਕਾਹਤੋਂ ਮਾਰਨਾ, ਫਿਰ ਤੂੰ ਸਾਡੇ ਵਾਲੇ ਪਾਸੇ ਆ ਕਰ। ਗਲਤ ਨੂੰ ਗਲਤ ਕਿਉਂ ਨਹੀਂ ਕਹਿਣਾ ਸ਼ੁਰੂ ਕਰਦਾ? ਜੇ ਤਾਂ ਭਾਈ ਤੁਹਾਨੂੰ ਭਗਤੋ ਬਹੁਤ ਸਸਤੀ ਚੀਜ਼ ਮਿਲਦੀ ਆ ਤਾਂ ਬੇਸ਼ੱਕ ਜੋ ਮਰਜ਼ੀ ਕਹੋ, ਤੇ ਜੇਕਰ ਤੁਹਾਨੂੰ ਵੀ ਆਮ ਲੋਕਾਂ ਵਾਂਗੂ ਮਹਿੰਗਾਈ ਦੀ ਚੱਕੀ ਦੇ ਵਿੱਚ ਪਿਸਣਾ ਔਖਾ ਲੱਗਦਾ ਤੇ ਫਿਰ ਤੁਸੀਂ ਕਿਉਂ ਨਹੀਂ ਸੱਚ ਬੋਲਦੇ? ਬਿਲਕੁਲ ਸਹੀ ਗੱਲ ਹੈ। ਤੇ ਸੱਚ ਟਾਣਾ ਸਾਹਿਬ ਕਹਿੰਦੇ ਮੋਬਾਈਲ ਤੇ ਚਾਰਜਰ ਵੀ ਮਹਿੰਗੇ ਹੋ ਗਏ। 2-3 ਚਾਰਜਰ ਇਕੱਠੇ ਲੈ ਕੇ ਰੱਖ ਲਓ, 3-4 ਮੋਬਾਈਲ ਲੈ ਲਓ। ਹੁਣ ਤਾਂ ਹੋ ਗਏ ਮਹਿੰਗੇ, ਚਲੋ ਰਹਿਣ ਦਿੰਨੇ ਫਿਰ। ਹਾਂ, ਤੁਸੀਂ ਉਹ ਦੇਖਿਆ ਨਹੀਂ ਵੀ ਸਬਜ਼ੀ ਵਾਲੇ ਵੀ ਆਮ ਇਹੀ ਕਰਦੇ ਹੁੰਦੇ ਆ ਵੀ ਹਾਲੇ ਰੌਲਾ ਜਿਹੜਾ ਉਹ ਕਿਤੇ ਪੈ ਰਿਹਾ ਹੁੰਦਾ, ਉਹ ਪਹਿਲੇ ਸਬਜ਼ੀ ਮਹਿੰਗੀ ਕਰ ਦਿੰਦੇ ਆ, ਮਹਿੰਗੀ ਹੋ ਗਈ ਏਦਾਂ ਸਾਰਾ ਕੁਝ ਮਹਿੰਗਾ ਹੋ ਗਿਆ। ਬਸ ਟਾਣਾ ਸਾਹਿਬ ਹੁਣ ਤਾਂ ਇਹ ਸੋਚੋ ਨਜਿੱਠਣਾ ਕਿਵੇਂ ਹੈ। ਚਲੋ ਠੀਕ ਆ, ਲਿਖੀਆਂ ਲੇਖਣੀਆਂ ਭੋਗ ਮਨਾ ਚਿਤ ਲਾ ਕੇ। ਬਿਲਕੁਲ ਵੀ ਜ਼ਿੱਦ ਦੀ ਵੀ ਨਾ ਹੱਦ ਹੁੰਦੀ ਹੈ, ਜਿੱਦ ਨਾਲ ਮਸਲੇ ਵਿਗੜ ਜਾਂਦੇ ਹਨ। ਬਿਲਕੁਲ, ਜਦ ਕਹਤਾ ਨਾ ਮਤਲਬ ਨਾ, ਜੇ ਕਹਤਾ ਹਾਂ ਮਤਲਬ ਹਾਂ। ਅਸੂਲ ਵੀ ਕੋਈ ਚੀਜ਼ ਹੁੰਦੀ ਆ। ਬਿਲਕੁਲ, ਬੰਦੇ ਨੂੰ ਜ਼ਿੱਦੀ ਨਹੀਂ ਹੋਣਾ ਚਾਹੀਦਾ। ਬਿਲਕੁਲ ਸਹੀ ਗੱਲ। ਹਰੇਕ ਇਨਸਾਨ ਦੀ ਆਪਣੀ ਮਰਜ਼ੀ ਹੁੰਦੀ ਹੈ ਤੇ ਹਰ ਬੰਦਾ ਆਪਣੀ ਮਰਜ਼ੀ ਨਾਲ ਜਿਉਣ ਦਾ ਹੱਕਦਾਰ ਹੈ। ਬਿਲਕੁਲ ਸਹੀ। ਮੈਨੂੰ ਕੋਈ ਹੱਕ ਨਹੀਂ ਕਿ ਮੈਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਾ ਕੇ ਦਖਲ ਅੰਦਾਜ਼ੀ ਕਰਾਂ ਤੇ ਤੁਹਾਨੂੰ ਕੋਈ ਹੱਕ ਨਹੀਂ ਤੁਸੀਂ ਮੇਰੀ ਜ਼ਿੰਦਗੀ 'ਚ ਕਰੋ, ਹਨਾ। ਪਰ ਕੁਝ ਲੋਕ ਇਹਨਾਂ ਗੱਲਾਂ ਨੂੰ ਸਮਝਣਾ ਨਹੀਂ ਚਾਹੁੰਦੇ। ਕੁਝ ਲੋਕ ਨਹੀਂ, ਬਹੁਤ ਗਿਣਤੀ ਲੋਕ ਇਹ ਸੋਚ ਰਹੇ ਨਹੀਂ ਵੀ ਭਾਈ ਨਿੱਜੀ ਜ਼ਿੰਦਗੀ ਦੂਜੇ ਦੀ ਕਿਵੇਂ ਆ। ਜਦੋਂ ਮਰਜ਼ੀ ਜਿਵੇਂ ਮਰਜ਼ੀ ਚਿੱਤ ਕਰੂਗਾ ਨੱਪ ਦਿੰਦੇ ਕਿੱਲੀ। ਬਿਲਕੁਲ, ਪੁੱਛ ਕੇ ਉਹ ਤੋਂ ਗੱਲਾਂ ਉਹਦੀਆਂ ਨਿੱਜੀ ਤੇ ਬਾਅਦ ਦੇ ਵਿੱਚ ਅਗਲੇ ਪਾਸੇ ਜਾਂਦੇ ਆ। ਨਾ ਬਾਅਦ ਚ ਮੈਂ ਮਾਫ ਕਰਨਾ ਤੁਹਾਨੂੰ ਟੋਕਦਾ, ਬਾਅਦ ਚ ਅਗਲੇ ਪਾਸੇ ਜਾਂਦੇ ਆ ਤੇ 4 ਕੋਲੋਂ ਲਾ ਕੇ ਸੁਣਾਉਂਦੇ ਆ, ਲੈ ਮੈਂ ਤਾਂ ਇਹਦੇ ਘਰੇ ਰਿਹਾ, ਮੈਨੂੰ ਪਤਾ ਕੀ ਚੱਲਦਾ, ਮੈਂ ਤਾਂ ਇਹਦੇ ਬਾਰੇ ਸਾਰਾ ਕੁਝ ਜਾਣਦਾ, ਇਹ ਬੰਦੇ ਦੀ ਇੱਕ ਗੱਲ ਮੈਨੂੰ ਪਤਾ, ਇਹ ਤਾਂ ਬੰਦਾ ਹੀ ਘਟਿਆ, ਉਹਦੇ ਘਰੋਂ ਹੀ ਖਾ ਕੇ, ਉਹਦਾ ਹੀ ਲੂਣ ਖਾ ਕੇ, ਉਹਦੇ ਨਾਲ ਹੀ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਜ਼ਿਕਰ ਕਰਕੇ ਤੇ ਹੱਲ ਕਢਾ ਕੇ ਤੇ ਬਾਅਦ ਚ ਉਹੀ ਬੰਦਾ ਜਿਹੜਾ ਉਹ ਮਾੜਾ ਹੋ ਜਾਂਦਾ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ। ਸੋ ਖੈਰ ਇਦਾਂ ਦਿਆਂ ਨੂੰ ਤਾਂ ਜੇ ਰੱਬ ਨੇ ਨਹੀਂ ਦਿੱਤੀ ਤੇ ਆਪਾਂ ਵੀ ਨਹੀਂ ਦੇ ਸਕਦੇ, ਕੀ ਭਲਾ ਅਕਲ। ਬਿਲਕੁਲ ਸਹੀ। ਪਰ ਮੈਂ ਇਹ ਗੱਲ ਇਸ ਲਈ ਕਰ ਰਹੀ ਹਾਂ ਕਿਉਂਕਿ ਦਿੱਲੀ ਤੋਂ ਇੱਕ ਬੜਾ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ। ਕੀ ਉੱਥੇ ਪੰਗਾ ਪੈ ਗਿਆ? ਦਿੱਲੀ ਦੇ ਵਿੱਚ ਇੱਕ ਜਗ੍ਹਾ ਗੀਤਾ ਕਲੋਨੀ, ਉੱਥੇ ਕਹਿੰਦੇ ਵੀ ਇੱਕ ਕੁੜੀ ਨੇ ਇੱਕ ਮੁੰਡੇ ਨੂੰ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ। ਮਰਜ਼ੀ ਅਗਲੀ ਦੀ, ਕਿਸੇ ਨੇ ਕੀਤੀ ਪੇਸ਼ਕਸ਼ ਕਿ ਵਿਲ ਯੂ ਮੈਰੀ ਮੀ, ਉਹਨੇ ਕਿਹਾ ਨੋ। ਆਏ ਹਾਏ, ਵੀ ਮੈਂ ਜ਼ਿੰਦਗੀ ਦੇ ਵਿੱਚ ਕੁਝ ਬਣਨਾ, ਮੈਂ ਆਪਣੇ ਫਿਊਚਰ ਬਾਰੇ ਪਲਾਨ ਕਰ ਰਹੀ ਹਾਂ ਤੇ ਨੋ ਤਾਂ ਨੋ ਗੱਲ ਖਤਮ। ਬਿਲਕੁਲ ਸਹੀ। ਪਰ ਉਹ ਐਸਾ ਢੀਠ ਬੰਦਾ ਉਹਨਾਂ ਦੇ ਘਰੇ ਗਿਆ, ਧੱਕੇ ਨਾਲ ਹੀ ਉਹਦੀ ਮੰਗ ਭਰ ਕੇ ਤੇ ਭੱਜ ਗਿਆ। ਚੱਪਲ ਹੈ ਨਹੀਂ ਸੀ ਉਹਦੇ ਕੋਲੇ। ਨਹੀਂ, ਮੁੜ ਕੇ ਮਾਪਿਓ ਨੇ ਜਦੋਂ ਵਿਰੋਧ ਕੀਤਾ ਕੁੜੀ ਦੇ ਆਨੇ ਤਾਂ ਉਹਨਾਂ ਨੂੰ ਵੀ ਕੁੱਟ ਦਿੱਤਾ ਤੇ ਕਹਿੰਦਾ ਮੈਂ ਫੇਰ ਆਉਂਗਾ। ਇਹ ਵੱਡੇ ਮਿਰਜ਼ੇ ਦੇ ਛਿੱਤਰ ਪੈਣੇ ਚਾਹੀਦੇ ਆ। ਜੂਤ ਲਾ ਲਵੇ ਤੇ 99 ਤੇ ਜਾ ਕੇ ਫੇਰ ਭੁੱਲ ਜੇ, ਫੇਰ ਪਹਿਲੇ ਤੇ ਆ ਜੇ। ਜੀ ਬਿਲਕੁਲ ਸਹੀ। ਮਤਲਬ ਹੱਦ ਆ ਕਿ ਕੋਈ ਆਪਣੀ ਮਰਜ਼ੀ ਨਾਲ ਖੁੱਲ ਕੇ ਮਨਾ ਵੀ ਨਹੀਂ ਕਰ ਸਕਦਾ ਕਿ ਮੈਂ ਇਹ ਫੈਸਲਾ ਨਹੀਂ ਲੈਣਾ ਚਾਹੁੰਦਾ ਜਾਂ ਲੈਣਾ ਚਾਹੁੰਦੀ। ਪਰ ਫਿਰ ਵੀ ਲੋਕ ਜਿਹੜੇ ਨੇ ਨਾ, ਉਹ ਮੈਂ ਤੁਹਾਨੂੰ ਦੱਸਾਂ ਕਿ ਹੱਦ ਹੀ ਹੁੰਦੇ ਨੇ। ਇਹ ਜੁੱਤੀ ਦੇ ਯਾਰ ਲੋਕ ਆ, ਇਹਨਾਂ ਨੂੰ ਬਾਜ਼ੀਗਰ ਫਿਲਮ ਵਾਲਾ ਨਾ ਸ਼ਾਹਰੁਖ ਖਾਨ ਬਣਾਵੇ ਜਦੋਂ ਮਿਲ ਜੇ ਨਾ, ਫਿਰ ਦੱਸੇ ਵੀ ਕਿਵੇਂ ਆ। ਬਾਜ਼ੀਗਰ ਫਿਲਮ ਵਾਲਾ ਸ਼ਾਹਰੁਖ ਖਾਨ? ਉਹ ਇੱਕ ਤਾਉ ਨਹੀਂ ਸੱਟਤੀ ਸੀ ਉਹਨੇ। ਉਹ ਅੱਛਾ, ਨਹੀਂ ਤੇ ਫਿਰ ਇਹਨਾਂ ਨੂੰ ਕਿਉਂ ਬਣਾਵੇ? ਹਾਂ, ਤੁਸੀਂ ਗਲਤ ਉਦਾਹਰਨਾ ਗਲਤ ਥਾਂ ਤੇ ਪੇਸ਼ ਕਰੀ ਜਾਂਦੇ ਹੋ। ਉਹਨੇ ਸੁੱਟੀ ਸੀ, ਉਹ ਆਪ ਥੋੜੀ ਡਿੱਗਿਆ ਸੀ। ਇਹ ਨਜ਼ਰਾਂ ਚੋਂ ਡਿੱਗਿਆ ਨਾ। ਹਾਂ, ਜੇ ਉਂਝ ਗਿਰਦਾ ਤੇ ਚੱਕ ਲੈਂਦੇ, ਨਜ਼ਰਾਂ ਚੋਂ ਗਿਰ ਗਿਆ। ਕੀ ਹੁਣ ਸਰਦੂਲ ਸਿਕੰਦਰ ਕਿੱਥੇ ਆ ਗਿਆ? ਨਹੀਂ, ਮੈਂ ਵੈਸੇ ਗੱਲਾਂ ਜੋੜੀਆਂ ਸੀ ਨਾਲ। ਹਾਂ, ਮਤਲਬ ਤੁਸੀਂ ਗਾਣੇ ਪੇਸ਼ ਕਰੋ ਤਾਂ ਗਾਣੇ, ਮੈਂ ਪੇਸ਼ ਕਰਾਂ ਤਾਂ ਕਿਉਂ ਆਇਆ? ਨਹੀਂ, ਪਰ ਬਈ ਕੁੱਲ ਮਿਲਾ ਕੇ ਗੱਲ ਇਹ ਆ ਵੀ 100 ਹੱਥ ਰੱਸਾ ਸਿਰੇ ਤੇ ਗੰਢ, ਬਈ ਇਦਾਂ ਦੀ ਜ਼ਿਆਦਤੀ ਕਿਸੇ ਨਾਲ ਨਹੀਂ ਕਰਨੀ ਚਾਹੀਦੀ। ਬਿਲਕੁਲ ਸਹੀ। ਨਾ ਤਾਂ ਕੋਈ ਬੰਦਾ ਕਿਸੇ ਨਾਲ ਕਰੇ ਤੇ ਨਾ ਕੋਈ ਬੁੜੀ ਕਿਸੇ ਨਾਲ ਕਰੇ। ਲੋੜ ਨਹੀਂ ਇਹੋ ਜਿਹੀਆਂ ਗੱਲਾਂ ਦੀ, ਕਿਉਂਕਿ ਇਹ ਆਪਸੀ ਸਹਿਮਤੀ ਦੀਆਂ ਗੱਲਾਂ। ਤੁਸੀਂ ਕਿਸੇ ਦੇ ਨਾਲ ਕੋਈ ਵੀ, ਭਾਵੇਂ ਕੋਈ ਕਾਰੋਬਾਰੀ ਸਾਂਝ ਆ, ਭਾਵੇਂ ਕੋਈ ਹੋਰ ਪਰਿਵਾਰਕ ਸਾਂਝ ਆ, ਭਾਵੇਂ ਕੋਈ ਇਹੋ ਜਿਹਾ ਰਿਸ਼ਤਾ ਬਣਾਉਣਾ, ਕੋਈ ਮੁਹੱਬਤ ਦੀ ਸਾਂਝ ਆ, ਤੁਸੀਂ ਕਿਸੇ ਦੇ ਉੱਤੇ ਆਪਣੀਆਂ ਇਸ਼ਾਵਾਂ ਥੋਪ ਥੋੜੀ ਸਕਦੇ ਆ। ਤੁਸੀਂ ਕਹੋ ਜੀ ਮੈਨੂੰ ਐ ਚੰਗਾ ਲੱਗਦਾ, ਵੀ ਤੂੰ ਕੌਣ ਹੋਣਾ ਟੇਕਾ ਲੱਗਦਾ? ਜੀ, ਨਾਲੇ ਜੇ ਥੋਪ ਵੀ ਦਊਂਗੇ ਤਾਂ ਇਹ ਚੀਜ਼ਾਂ ਬਹੁਤਾ ਲੰਮਾ ਸਮਾਂ ਟਿਕਦੀਆਂ ਨਹੀਂ ਹੈਗੀਆਂ, ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ਾਂ ਟੁੱਟ ਜਾਂਦੀਆਂ ਨੇ। ਸੋ ਇਹ ਜ਼ਰੂਰੀ ਹੈ ਕਿ ਬਾਅਦ ਚ ਟੁੱਟਣ ਨਾਲੋਂ ਜ਼ਿਆਦਾ ਚੰਗਾ ਹੁਣੇ ਹੀ ਤੋੜ ਦਿਓ ਤੇ ਸੋਚ ਸਮਝ ਕੇ ਜ਼ਿੰਦਗੀ ਦੇ ਫੈਸਲੇ ਲਓ, ਜੀਓ ਤੇ ਜੀਣ ਦਿਓ। ਬਿਲਕੁਲ ਸਹੀ ਜੀ। ਤੇ ਆਪਾਂ ਫਿਲਹਾਲ ਚੱਲੀਏ? ਨਹੀਂ, ਆਪਾਂ ਹੁਣੇ ਨਹੀਂ ਚੱਲੀਏ, ਇੱਕ ਵਾਰ ਸੁਨੇਹਾ ਵੀ ਦੇਗੇ ਨਾ, ਬੇਨਤੀ ਵੀ ਕਰਗੇ ਵੀ ਭਾਈ ਉੱਥੇ ਬਹੁਤ ਵਧੀਆ ਤੇ ਵੱਡੇ ਤਰੀਕੇ ਨਾਲ ਇਕੱਠ ਹੋਇਆ ਵੱਖ-ਵੱਖ ਬਾਰਡਰਾਂ ਦੇ ਉੱਤੇ, ਪਰ ਹੱਥ ਜੋੜ ਕੇ ਇੱਕ ਬੇਨਤੀ ਆ ਵੀ ਹੁਣ ਨਾ ਫੇਸਬੁੱਕ ਦੇ ਉੱਤੇ ਤੇ ਹੋਰ ਵੱਖ-ਵੱਖ ਮਾਧਿਅਮਾਂ ਰਾਹੀਂ ਸਾਨੂੰ ਕੂੜ ਪ੍ਰਚਾਰ ਬੰਦ ਕਰ ਦੇਣਾ ਚਾਹੀਦਾ ਕਿ ਫਲਾਣਾ ਨੇਤਾ ਤਾਂ ਇਉਂ ਆ, ਫਲਾਣਾ ਕਿਸਾਨ ਆਗੂ ਤਾਂ ਏਦਾਂ, ਉਹ ਤਾਂ ਫਲਾਣੇ ਨਾਲ ਰਲਿਆ, ਫਲਾਣੇ ਨੇ ਇਉਂ ਕਾਹਤੋਂ ਆਖਿਆ, ਫਲਾਣੇ ਨੇ ਇਉਂ ਕਾਹਤੋਂ ਆਖਿਆ। ਉਧਰੋਂ ਜਿਹੜੇ ਉੱਥੇ ਵੀ ਕਈ ਕਿਸਾਨ ਆਗੂ ਆ, ਉਹਨਾਂ ਨੂੰ ਵੀ ਇੱਕ ਦੂਜੇ ਦੇ ਉੱਤੇ ਹੁਣ ਸ਼ਬਦਕ ਵਾਰ ਬੰਦ ਕਰਨੇ ਚਾਹੀਦੇ ਆ। ਇਸ ਵਕਤ ਮੁੱਲ ਹੈਗਾ ਸਾਡੇ ਸਿਰ ਜੁੜਿਆਂ ਦਾ, ਤੇ ਜੇਕਰ ਸਾਡੇ ਸਿਰ ਅੱਡ-ਅੱਡ ਹੋ ਗਏ, ਜਿਵੇਂ ਕਿ ਕਈ ਵਾਰ ਹੁੰਦੇ ਪ੍ਰਤੀਤ ਵੀ ਹੁੰਦੇ ਆ, ਤਾਂ ਫਿਰ ਇਹ ਬਾਜ਼ੀ ਹੱਥ ਦੇ ਵਿੱਚੋਂ ਨਿਕਲ ਜਾਣੀ ਆ। ਆਪਣੀ ਸਮੂਹਕ ਏਕਤਾ,
ਆਪਣਾ ਹੰਭਲਾ, ਆਪਣਾ ਦ੍ਰਿੜ ਇਰਾਦਾ ਇਸ ਅੰਦੋਲਨ ਦੇ ਵਿੱਚ ਸਾਨੂੰ ਜਿੱਤ ਦਿਵਾ ਸਕਦਾ। ਤੇ ਜੇਕਰ ਅਸੀਂ ਪਾਟੋ ਤਾੜ ਹੋਏ ਰਹੇ, ਖੱਖੜੀਆਂ ਕਰੇਲੇ ਹੁੰਦੇ ਰਹੇ, ਤਾਂ ਫਿਰ ਸਾਡੇ ਪਿੰਡ ਪੱਲੇ ਕੱਖ ਨਹੀਂ ਪੈਣਾ ਜੀ। ਤੇ ਜਿਹੜੇ ਫੇਸਬੁੱਕੀ ਵਿਦਵਾਨ ਨੇ ਉਹਨਾਂ ਨੂੰ ਵੀ ਇੱਕ ਬੇਨਤੀ ਹੈ ਕਿ ਜੇ 4 ਮਹੀਨੇ ਸਾਡਾ ਚੁੱਪ ਰਹਿ ਕੇ ਸਰਦਾ ਰਿਹਾ ਤੇ ਆਪਾਂ ਹੁਣ ਵੀ ਚੁੱਪ ਰਹੀਏ। ਜੋ ਹੋਇਆ, ਜੋ ਬੀਤਿਆ, ਵਾਰ-ਵਾਰ ਉਹਨੂੰ ਦੁਹਰਾ ਕੇ ਉਹਦੇ ਬਾਰੇ ਚ ਗੱਲਾਂ ਕਰਕੇ ਜਾਂ ਕਿਸੇ ਦੇ ਉੱਪਰ ਵੀ ਚਿੱਕੜ ਸੁੱਟ ਕੇ ਆਪਾਂ ਕੁਝ ਹਾਸਲ ਨਹੀਂ ਕਰਾਂਗੇ। ਕੋਈ ਇਨਸਾਨ ਜਿਵੇਂ ਦਾ ਮਰਜ਼ੀ ਹੋਵੇ, ਉਹਦੇ ਨਾਲ ਆਪਾਂ ਬਾਅਦ ਚ ਨਜਿੱਠ ਲਵਾਂਗੇ, ਉਹਦੇ ਨਾਲ ਆਪਾਂ ਰੌਲੇ ਆਪਣੇ ਘਰ ਦੇ ਵਿੱਚ ਸਾਰੇ ਖਤਮ ਕਰ ਲਵਾਂਗੇ। ਫਿਲਹਾਲ ਮੌਕਾ ਇਹ ਹੈ ਕਿ ਆਪਾਂ ਸਾਰੇ ਏਕੇ ਦੇ ਵਿੱਚ ਰਹੀਏ, ਇੱਕ ਦੂਸਰੇ ਦੇ ਖਿਲਾਫ ਕੋਈ ਵੀ ਮਾੜੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੀਏ। ਤੇ ਬਾਕੀ ਹੁਣ ਆਪਾਂ ਚੱਲੀਏ, ਜਾਣਦਾ ਹੋ ਗਿਆ ਵੇਲਾ ਜੀ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ।